हेलो गाइस वेलकम बैक टू माय चैनल। सत श्री अकाल जी साਰਿਆਂ ਨੂੰ। सो ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਬ੍ਰਿਓਫਾਈਟਸ ਅੰਡਰ ਦ ਪਲਾਂਟ ਕਿੰਗਡਮ ਚੈਪਟਰ ਨੰਬਰ 3 ਆਫ ਕਲਾਸ 12th। ਇਹਦੇ ਪਹਿਲਾਂ ਆਪਾਂ ਦੋ ਪਾਰਟਸ ਅਪਲੋਡ ਕਰ ਚੁੱਕੇ ਹਾਂ, ਹੈ ਨਾ, ਜਿਹਦੇ ਵਿੱਚ ਪਹਿਲੇ ਦੇ ਵਿੱਚ ਆਪਾਂ ਇੰਟਰੋਡਕਸ਼ਨ ਕੀਤੀ, ਇਸ ਵਿੱਚ ਆਪਾਂ ਅੱਗੇ ठीक है। तो हुण आपां शुरू करन लगे हां ब्रियोफाइट्स। कोई कहंदा इहनूं बैरियोफाइट्स, कोई ब्रियोफाइट्स। सो प्रोनाउंसिएशन ते आपां नाम मुद्दा उठाउंदे होए शुरू करते हैं। ब्रियोफाइट्स इंक्लूड द वेरीअस मॉसिस एंड लीवरवॉर्ट्स। इनदे विच मॉसिस ते लीवरवॉर्ट्स हुंदे ने जिहड़े कि कॉमनली मोइस्ट शेडड एरियाज़ दे विच हिल्स दे विच पाए जांदे ने। ठीक है। जिहड़े ब्रियोफाइट्स ने, ठीक है, इन्हां दे विच मॉसिस ते लीवर ये भी मतलब मोइस्ट एरियाज़ दे विच पाए जांदे ने, बट ये लैंड दे उपर ग्रो कर सकदे ने। ठीक है। हुण इन्हां ने क्या मोइस्ट एरियाज़ इन द हिल्स। देखो आपां जे एवोल्यूशन की गल करिए ना, पहला एलगे आया, एलगे तो बाद इवॉल्व होए ब्रियोफाइट्स बने। एलगे जिहड़े सीगे ओह मोइस्ट एरियाज़ दे विच फ्रैश वाटर, सी वाटर, मैरीन वाटर, ब्रैकिश वाटर इन्हां जगह दे विच पाए जांदे, सी वाटर दे विच पाए जांदे सीगे। बट जो ब्रियोफाइट्स आर फाउंड इन land in the moist areas, in the hills. Why in the hills? ठीक है। ਆਪਾਂ ਇਹਦੀ ਗੱਲ ਕਰੀਏ ਤਾਂ ਹਿਲਸ 'ਤੇ ਕਿਉਂ ਪਾਏ ਜਾਂਦੇ ਨੇ, ਕਿਉਂਕਿ ਪਹਿਲਾਂ ਆਪਾਂ ਜੇ ਆਪਾਂ ਪ੍ਰਿਮਿਟਿਵ ਅਰਥ ਦੀ ਗੱਲ ਕਰੀਏ ਨਾ, ਗੋਂਡਵਾਨਾ ਲੈਂਡ ਸੀਗਾ ਇੱਕ ਸਿੰਗਲ, ਉਹ ਸੀਗਾ ਪੈਂਥਲਸਾ ਐਂਡ ਪੈਂਜੀਆ, ਰਾਈਟ, ਸਿੰਗਲ ਪੂਰਾ ਲੈਂਡ ਮਾਸ ਸੀਗਾ, ਬਾਕੀ ਚਾਰੇ ਪਾਸੇ ਪਾਣੀ ਸੀ। ਉਹਦੇ ਬਾਅਦ ਜਦੋਂ ਟੈਕਟੋਨਿਕ ਪਲੇਟਸ ਦੀ ਮੂਵਮੈਂਟ ਹੋਣ ਲੱਗੀ ਤਾਂ ਜਿਹੜਾ ਇੰਡੀਆ ਦਾ ਪਾਸਾ ਕੋਸਟਲ ਏਰੀਆ ਸੀਗਾ, ਹੈ ਨਾ, ਜਿੱਥੇ ਵਾਟਰ ਸੀਗਾ, ਜਿੱਥੇ ਪਹਿਲਾਂ ਪਾਣੀ ਲੱਗਦਾ ਸੀ, ਉਹ ਹੌਲੀ ਹੌਲੀ ਜਿਹੜਾ ਹੈਗਾ ਏਸ਼ੀਅਨ ਪਲੇਟ ਦੇ ਨਾਲ, ਇੰਡੋ ਆਸਟ੍ਰੇਲੀਅਨ ਪਲੇਟ ਏਸ਼ੀਅਨ ਪਲੇਟ ਨਾਲ ਜਦੋਂ ਟਕਰਾਈ ਤਾਂ ਉੱਥੇ ਹਿਲਸ ਬਣੇ, ਉੱਥੇ ਹਿਮਾਲਿਆਸ ਬਣੇ। ਤਾਂ ਹਿਲਸ ਕਿੱਥੇ ਬਣੇ ਆ, ਠੀਕ ਹੈ, ਜਿੱਥੇ ਪਹਿਲਾਂ ਕੋਸਟਲ ਏਰੀਆ ਸੀ, ਇਸ ਕਰਕੇ ਉਹ ਹਿਲਸ ਦੇ ਵਿੱਚ ਪਾਏ ਜਾਂਦੇ ਨੇ। ਠੀਕ ਹੈ। ब्रियोफाइट्स इंक्लूड वेरियस mosses and liverworts। ठीक है। they are commonly found in moist shaded areas। ठीक है। moist areas ਤੇ shaded areas, moist ਹੋਣੇ ਚਾਹੀਦੇ ਨੇ ਤੇ ਛਾਂਦਾਰ ਹੋਣੇ ਚਾਹੀਦੇ ਨੇ। in the hills ਦੇ ਵਿੱਚ ਪਾਏ ਜਾਂਦੇ ਨੇ। ਠੀਕ ਹੈ। ਇਹਨਾਂ ਦੀਆਂ ਫੋਟੋਆਂ ਦਿੱਤੀਆਂ ਹੋਈਆਂ ਨੇ। ਠੀਕ ਹੈ। ਇਹ ਆਪਾਂ ਬਾਅਦ 'ਚ ਗੱਲ ਕਰਾਂਗੇ। ਉੱਪਰ ਵਾਲੀਆਂ ਲਿਵਰਵੋਰਟਸ ਦੀਆਂ ਨੇ। ਦਿਸ ਇਜ਼ ਦ ਫੀਮੇਲ ਲਿਵਰਵੋਰਟ, sorry, this is the male liverwort and this is the female liverwort। okay। ਤੇ ਹੁਣ ਇਹਨੂੰ ਆਪਾਂ ਨਾ ਥੋੜ੍ਹਾ ਯਾਦ ਰੱਖਣ ਥੋੜ੍ਹਾ ਫਨੀ ਵੇ ਆ ਕਿ ਮੇਲ ਕਿਹੜਾ ਫੀਮੇਲ ਕਿਹੜਾ, ਮਤਲਬ ਉੱਬੜ ਖਾਬੜ ਵਾਲਾ ਮੇਲ ਆ। ਇਹ ਬਸ ਇੰਨਾ ਹੀ ਡਿਫਰੈਂਸ ਆ, ਬਾਕੀ ਤਾਂ ਸੇਮ ਆ। ਇਹਦਾ ਡਿਫਰੈਂਸ ਹੈ ਨਾ ਆਰਕੀਗੋਨੀਅਨ ਤੇ ਆਰਕੀਗੋਨੀਅਨ ਦਾ ਡਿਫਰੈਂਸ ਆ, ਰਾਈਟ। ਇਹ ਡਿਫਰੈਂਸ ਆ। ਦੇਖੋ ਹਿਊਮਨਸ ਨਾ ਇੱਦਾਂ ਦੇ ਆ ਜਿਹਦੇ ਵਿੱਚ ਨਾ
ਲੜਕੀਆਂ ਮਤਲਬ ਉਹਦੇ ਲੜਕੇ ਵੀ ਸੁੰਦਰ ਹੁੰਦੇ ਨੇ, ਕਹਿੰਦੇ ਆ ਵੀ ਲੜਕੀਆਂ ਜ਼ਿਆਦਾ ਸੁੰਦਰ ਹੁੰਦੀਆਂ, ਅਟਰੈਕਟਿਵ ਹੁੰਦੀਆਂ ਐਜ਼ ਕੰਪੇਅਰ ਟੂ ਦਾ males, right? Females are more attractive, more beautiful, but it is in the case of humans only. But in case of all the other organisms, ਆਪਾਂ ਬਾਕੀ ਪਸ਼ੂ ਪੰਛੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਨਾ ਲੜਕੀ ਜ਼ਿਆਦਾ ਸੁੰਦਰ ਹੁੰਦੇ ਆ। ਆਪਾਂ ਮੋਰ ਦੀ ਗੱਲ ਕਰੀਏ, ਮੋਰ ਜ਼ਿਆਦਾ ਸੋਹਣਾ ਲੱਗਦਾ ਕਿ ਮੋਰ ਨਹੀਂ? ਮੋਰ ਕਿਉਂਕਿ ਉਹਦੇ ਪੰਖ ਹੁੰਦੇ ਨੇ ਐਡੇ ਰੰਗ ਬਿਰੰਗੇ, ਇੱਦਾਂ ਹੀ ਨਾ ਇਹ ਜ਼ਿਆਦਾ ਸਹੀ ਆ, ਜ਼ਿਆਦਾ ਸੋਹਣਾ ਲੱਗ ਰਿਹਾ, ਸੁੰਦਰ ਲੱਗ ਰਿਹਾ ਹੈ ਨਾ। ਇਹ ਇਟ ਇਜ਼ ਵੈਰੀ ਕਲੰਪਸੀ ਜਿਹਾ ਲੱਗ ਰਿਹਾ ਹੈ, ਅਤੇ ਇਹ ਜਿਹੜਾ ਸੁੰਦਰ ਲੱਗ ਰਿਹਾ ਉਹ ਮੇਲ ਹੋਊਗਾ ਬਿਕੋਜ਼ ਇਟ ਇਜ਼ ਨੋਟ ਅ ਹਿਊਮਨ ਬੀਇੰਗ ਨਾ। ਅਤੇ ਇਹ ਕਲੰਪਸੀ ਜਿਹੜਾ ਨਾ ਸੋਹਣਾ ਨਹੀਂ ਲੱਗ ਰਿਹਾ, ਅੱਖਾਂ ਨੂੰ ਨਹੀਂ ਪਾ ਰਿਹਾ, ਉਹ ਫੀਮੇਲ। ਇਹ ਸਿਰਫ ਮੈਂ ਤੁਹਾਨੂੰ ਯਾਦ ਕਰਨ ਦਾ ਤਰੀਕਾ ਦੱਸਿਆ, ਕੋਈ ਅਫੈਂਡ ਨਾ ਹੋ ਜਾਵੇ, ਠੀਕ ਹੈ। ਅਤੇ ਇਹਨਾਂ ਦੀ ਆਪਾਂ ਫੋਟੋਆਂ ਬਾਅਦ 'ਚ ਦੇਖਾਂਗੇ, ਠੀਕ ਹੈ, ਜਦੋਂ ਆਪਾਂ ਪੜ੍ਹਾਂਗੇ ਹੈ ਨਾ। ਪਹਿਲਾਂ ਆਪਾਂ ਇੰਟਰੋਡਕਸ਼ਨ ਪੜ੍ਹ ਲੈਂਦੇ ਹਾਂ ਬ੍ਰਿਓਫਾਈਟਸ ਦੀ। ਬ੍ਰਿਓਫਾਈਟਸ ਆਰ ਆਲਸੋ ਕਾਲਡ ਐਜ਼ ਦ ਐਮਫੀਬੀਅਨਸ ਆਫ ਦ ਪਲਾਂਟ ਕਿੰਗਡਮ। ਇਹਨਾਂ ਨੂੰ ਪਲਾਂਟ ਕਿੰਗਡਮ ਦੇ ਐਮਫੀਬੀਅਨਸ ਵੀ ਕਿਹਾ ਜਾਂਦਾ ਬਿਕੋਜ਼ ਇਹ ਸੋਇਲ 'ਤੇ ਵੀ ਰਹਿ ਸਕਦੇ ਨੇ ਅਤੇ ਵਾਟਰ 'ਤੇ ਵੀ ਰਹਿ ਸਕਦੇ ਨੇ। ਹੁਣ ਐਮਫੀਬੀਅਨਸ ਕੀ ਜਿਹੜੇ ਦੋਨੋਂ ਲੈਂਡ ਵਾਟਰ ਦੋਨਾਂ ਦੇ ਰਹਿ ਸਕਦੇ ਆ, ਅਤੇ ਇਹ ਵੀ ਲੈਂਡ ਵਾਟਰ ਦੋਨਾਂ ਦੇ ਰਹਿ ਸਕਦੇ ਆ, ਠੀਕ ਹੈ। ਤਾਂ ਕਰਕੇ ਇਹ ਇਹਨਾਂ ਨੂੰ ਐਮਫੀਬੀਅਨਸ ਕਿਹਾ ਜਾਂਦਾ। ਹੁਣ ਜਿਹੜੇ ਐਮਫੀਬੀਅਨਸ ਦੇ ਲੈਂਡ ਵਾਟਰ ਦੋਨਾਂ 'ਤੇ ਕਿਉਂ ਰਹਿੰਦੇ ਨੇ? ਵੈਸੇ ਰਹਿੰਦੇ ਤਾਂ ਐਮਫੀਬੀਅਨਸ ਲੈਂਡ 'ਤੇ ਹੁੰਦੇ ਨੇ, ਬਟ ਦੇ ਆਰ ਡਿਪੈਂਡੈਂਟ ਔਨ ਵਾਟਰ। ਵਾਈ ਦੇ ਆਰ ਡਿਪੈਂਡੈਂਟ ਔਨ ਵਾਟਰ? ਫॉर ਸੈਕਸ਼ੂਅਲ ਰਿਪਰੋਡਕਸ਼ਨ। ਸਿਮਿਲਰਲੀ ਇਹ ਵੀ ਐਮਫੀਬੀਅਨਸ ਆਈ ਕਹਿੰਦੇ ਕਿਉਂਕਿ ਇਹ ਰਹਿੰਦੇ ਤਾਂ ਲੈਂਡ ਦੇ ਉੱਪਰ ਨੇ, ਠੀਕ ਹੈ, ਬਟ ਦੇ ਆਰ ਡਿਪੈਂਡੈਂਟ ਔਨ ਵਾਟਰ ਫॉर ਸੈਕਸ਼ੂਅਲ ਰਿਪਰੋਡਕਸ਼ਨ। ਅਤੇ ਇਹ ਯੂਜੂਅਲੀ ਡੈਂਪ, ਹਿਊਮਿਡ ਅਤੇ ਸ਼ੇਡਡ ਲੋਕੈਲਿਟੀਜ਼ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਡੈਂਪ, ਹਿਊਮਿਡ ਅਤੇ ਸ਼ੇਡਡ ਲੋਕੈਲਿਟੀਜ਼ ਮਤਲਬ ਜਿੱਥੇ ਚਿੱਕੜ ਜਾਂ ਹੁੰਦਾ, ਹਿਊਮਿਡਿਟੀ ਜ਼ਿਆਦਾ ਹੁੰਦੀ ਆ, ਸ਼ਾਨਦਾਰ ਜਗ੍ਹਾ ਹੁੰਦੀ ਆ, ਹੈ ਨਾ, ਉੱਥੇ ਮਿਲਦੇ ਨੇ। ਦੇ ਪਲੇ ਐਨ ਇੰਪੋਰਟੈਂਟ ਰੋਲ ਇਨ ਦ ਪਲਾਂਟ ਸਕਸੈਸ਼ਨ ਔਨ ਬੇਅਰ ਰੋਕਸ ਸੋਇਲ, ਠੀਕ ਹੈ। ਅਤੇ ਇਹ ਬੇਅਰ ਰੋਕਸ ਅਤੇ ਸੋਇਲ ਦੇ ਪਲਾਂਟ ਸਕਸੈਸ਼ਨ ਦੇ ਵਿੱਚ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਠੀਕ ਹੈ। ਕਿਉਂਕਿ ਪਹਿਲਾਂ ਇਹ ਕੀ ਕਰਦੇ ਨੇ, ਜਿਹੜੇ ਰੋਕਸ ਵਗੈਰਾ ਹੁੰਦੇ ਨੇ ਉੱਥੇ ਇਹ ਪਹਿਲਾਂ ਉੱਗਦੇ ਨੇ। ਸਭ ਤੋਂ ਪਹਿਲਾਂ ਇਹੀ ਔਰਗੈਨਿਜ਼ਮ ਸੀ ਜਿਹੜੀ ਰੋਕਸ ਦੇ ਉੱਪਰ ਉੱਗੇ, ਫਿਰ ਇਹਨਾਂ ਨੇ ਰੋਕਸ ਨੂੰ ਪੋਲਾ ਕੀਤਾ, ਠੀਕ ਹੈ। ਅਤੇ ਇਸ ਕਰਕੇ ਥੋੜ੍ਹੇ ਸੋਫਟ ਹੋਣ ਕਰਕੇ ਹੈ ਨਾ, ਜਦੋਂ ਰੋਕਸ ਥੋੜ੍ਹੇ ਸੋਫਟ ਹੋ ਗਏ ਹੈ ਨਾ, ਉਹ ਬਾਕੀ ਨੈਕਸਟ ਪਲਾਂਟਸ ਦੀ ਗਰੋ ਕਰਨ ਯੋਗ ਹੋ ਗਏ, ਜਿਸ ਕਰਕੇ ਹਾਇਰ ਪਲਾਂਟਸ ਜਿਹੜੇ ਸੀ ਉੱਥੇ ਗਰੋ ਕਰ ਸਕਦੇ ਸੀਗੇ। ਅਤੇ ਇਹਨਾਂ ਨੇ ਰੋਕਸ ਤੋਂ ਮਤਲਬ ਸੋਇਲ ਵਗੈਰਾ ਬਣਾਉਣ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਹੈ। ਅਤੇ ਸੋਇਲ ਇਰੋਜ਼ਨ ਤੋਂ ਵੀ ਬਚਾਉਂਦੇ ਨੇ ਕਿਉਂਕਿ ਸੋਇਲ ਨੂੰ ਜਕੜ ਕੇ ਰੱਖਦੇ ਨੇ। ਅਤੇ ਪਲਾਂਟ ਬੋਡੀ ਵੇਅਰਐਸ ਜਿਹੜਾ ਉਹ ਹੈ ਨਾ ਕਹਿੰਦੇ ਆ, ਹਾਂ, ਐਲਗੇ ਨਾਲ ਜਕੜ ਕੇ ਨਹੀਂ ਰੱਖਦੇ। The plant body of bryophytes is more differentiated than that of algae, ਠੀਕ ਹੈ। bryophytes ਹੁੰਦੇ ਤੇ ਥੈਲੋਇਡ ਨੇ, ਥੈਲੋਫਾਈਟ ਹੁੰਦੇ ਨੇ, ਠੀਕ ਹੈ। ਟਰੂ ਲੀਵ, ਸਟੈਮ, ਰੂਟਸ ਇਹਨਾਂ ਕੋਲ ਨਹੀਂ ਹੁੰਦੇ, ਬਟ ਇਹਨਾਂ ਦੀ ਬੋਡੀ ਜ਼ਿਆਦਾ ਡਿਫਰੈਂਟ ਕਿਹਦੇ ਨਾਲੋਂ। ਅੱਗੇ ਕੀ ਹਾਇਰ ਆਪਾਂ ਜਾਂਦੇ ਰਹਾਂਗੇ ਨਾ ਥੱਲੋਂ ਉੱਪਰ ਤਾਂ ਇੰਪਰੂਵਮੈਂਟਸ ਦੇਖਣ ਨੂੰ ਮਿਲਣਗੇ, ਹੈ ਨਾ। ਇਟ ਇਜ਼ ਥੈਲਸ ਲਾਈਕ ਥੈਲੋਇਡ ਐਂਡ ਪ੍ਰੋਸਟ੍ਰੇਟ ਔਰ ਇਰੈਕਟ। ਮਤਲਬ ਪ੍ਰੋਸਟ੍ਰੇਟ ਵੀ ਹੋ ਸਕਦੀ ਆ, ਇੱਦਾਂ ਵੀ ਹੋ ਸਕਦੀ ਆ, ਅਤੇ ਇੱਦਾਂ ਵੀ ਹੋ ਸਕਦੀ ਹੈ। ਮਤਲਬ ਆ ਲੈਂਡ ਆ, ਹੈ ਨਾ, ਅਤੇ ਲੈਂਡ ਦੇ ਨਾਲ ਵੀ ਇੱਦਾਂ ਜਾ ਸਕਦੀ ਆ, ਜਿੱਦਾਂ ਕਿ ਉੱਪਰ ਤੋਂ ਅਸੀਂ ਫੋਟੋਆਂ 'ਚ ਵੀ ਦੇਖ ਸਕਦੇ, ਇੱਦਾਂ ਵੀ ਹੋ ਸਕਦੀ ਆ। ਆਪਾਂ ਫੋਟੋਜ਼ ਦੇਖੀਏ ਪ੍ਰੋਸਟ੍ਰੇਟ ਅਤੇ ਇਰੈਕਟ, ਆਪਾਂ ਮਤਲਬ ਆਪਾਂ ਹੀ ਸਮਝਾਂਗੇ। ਹੁਣ ਜਿਵੇਂ ਇਹ ਆ, ਇਹ ਦਿਸ ਇਜ਼ ਲੀਵਰਵੋਰਟ, ਠੀਕ ਹੈ। ਇਹ ਪ੍ਰੋਸਟ੍ਰੇਟ ਆ ਔਰ ਇਹ ਸਬਸਟੇਟਮ ਦੇ ਨਾਲ ਪੈਰਲਲ ਜਾ ਰਹੇ ਆ, ਦਿਸ ਇਜ਼ ਪ੍ਰੋਸਟ੍ਰੇਟ, ਓਕੇ। ਬਟ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਹੈ ਨਾ, ਸਵਾਗਨਮ ਅਤੇ ਫਿਨਰੀਆ ਦੀ ਗੱਲ ਕਰੀਏ, ਇਹ ਇਰੈਕਟ ਨੇ। ਆ ਪ੍ਰੋਸਟ੍ਰੇਟ ਆ ਅਤੇ ਇੱਥਾਂ ਸਿੱਧਾ ਉੱਪਰ ਨੂੰ ਵਰਟੀਕਲ ਗਰੋਥ ਹੋ ਰਹੀ ਆ, ਕੀ ਹੋ ਗਿਆ ਇਹਨੂੰ, ਹਾਂ, ਇਹਨਾਂ ਦੀ ਉੱਪਰ ਨੂੰ ਵਰਟੀਕਲ ਗਰੋਥ ਹੋ ਰਹੀ ਆ, ਇਹ ਇਰੈਕਟ ਨੇ, ਠੀਕ ਹੈ। ਜਿਹੜੀ ਪਲਾਂਟ ਬੋਡੀ ਆ ਪ੍ਰੋਸਟ੍ਰੇਟ ਅਤੇ ਇਰੈਕਟ ਹੋ ਸਕਦੀ ਆ। more differentiated than algae, thallus-like, prostrate or erect plant body, and are attached to the substratum by unicellular or multicellular rhizoids. Rhizoid मतलब zooid मतलब like but not true like. Rhizoid मतलब root like, ठीक है। These are the rhizoids, ठीक है। These are rhizoids, ठीक है। ਜਿਹਦੇ ਨਾਲ ਪਲਾਂਟ ਬੋਡੀ ਸਬਸਟ੍ਰੇਟਮ ਨਾਲ ਅਟੈਚ ਹੁੰਦੀ ਹੈ ਉਹਨੂੰ ਰਾਈਜ਼ੋਇਡਸ ਕਹਿੰਦੇ ਨੇ। ਅਤੇ ਇੱਥੇ ਬਣਾਈ ਨਹੀਂ ਹੋਏ। ਅਤੇ ਰਾਈਜ਼ੋਇਡਸ ਜਿਹੜੇ ਨੇ ਯੂਨੀਸੈਲੂਲਰ ਵੀ ਹੋ ਸਕਦੇ ਨੇ ਅਤੇ ਮਲਟੀ ਸੈਲੂਲਰ ਵੀ ਹੋ ਸਕਦੇ ਨੇ। ਐਂਡ ਦੇ ਲੈਕ ਟਰੂ ਰੂਟ, ਸਟੈਮ ਔਰ ਲੀਵਸ। ਹੁਣ ਆਪਾਂ ਨੇ ਪੜ੍ਹ ਲਿਆ ਕਿ ਥੈਲਸ ਲਾਈਕ ਬੋਡੀ ਆ ਤਾਂ ਟਰੂ ਰੂਟ, ਸਟੈਮ ਅਤੇ ਲੀਵਸ ਤਾਂ ਹੋਣੇ ਹੀ ਉਹਨਾਂ ਕੋਲ। ਦੇ ਮੇ ਪੋਜ਼ੈਸ ਰੂਟ ਲਾਈਕ, ਲੀਫ ਲਾਈਕ ਔਰ ਸਟੈਮ ਲਾਈਕ ਸਟਰਕਚਰਸ। ਉਹਨਾਂ ਕੋਲ ਰੂਟ ਵਰਗੇ
ਲੀਫ ਵਰਗੇ ਸਟੈਮ ਵਰਗੇ ਸਟਰਕਚਰਸ ਹੋ ਸਕਦੇ ਨੇ, ਪਰ ਟਰੂ ਰੂਟ ਸਟੈਮ ਲੀਵਸ ਨਹੀਂ ਹੋਣਗੇ। ਦ ਮੇਨ ਪਲਾਂਟ ਬੋਡੀ ਆਫ ਦ ਬ੍ਰਿਓਫਾਈਟ ਇਜ਼ ਹੈਪਲੋਇਡ, ਠੀਕ ਹੈ। ਜਿਹੜੀ ਮੇਨ ਪਲਾਂਟ ਬੋਡੀ ਹੁੰਦੀ ਆ ਬ੍ਰਿਓਫਾਈਟ ਦੀ, ਉਹ ਹੈਪਲੋਇਡ ਹੁੰਦੀ ਹੈ। ਇਟ ਪ੍ਰੋਡਿਊਸਿਸ ਗੈਮੀਟਸ ਐਂਡ ਹੈਂਸ ਇਜ਼ ਕਾਲਡ ਦ ਗੈਮੀਟੋਫਾਈਟ। ਮੇਨ ਪਲਾਂਟ ਬੋਡੀ ਹੈਪਲੋਇਡ ਹੁੰਦੀ ਆ ਐਨ, ਠੀਕ ਹੈ, ਤੇ ਉਹ ਗੈਮੀਟੋਫਾਈਟ। ਹੁਣ ਆਪਾਂ ਨੇ ਪੜ੍ਹਿਆ ਸੀਗਾ, ਵੈਸੇ ਮੈਂ ਇੱਥੇ ਤਾਂ ਨਹੀਂ ਪੜ੍ਹਾਇਆ ਚੈਪਟਰ, ਪਰ ਉਹਦੇ ਵਿੱਚ ਲਿਖਿਆ ਹੈ ਬਾਇਓਲੋਜੀਕਲ ਕਲਾਸੀਫਿਕੇਸ਼ਨ ਦੇ ਵਿੱਚ ਪਲਾਂਟੇ ਦਾ ਛੋਟਾ ਜਿਹਾ ਪੈਰਾ ਲਿਖਿਆ, ਉਹਦੇ ਵਿੱਚ ਲਿਖਿਆ ਹੈਗਾ ਕਿ ਉਹਨਾਂ ਕੋਲ ਡਿਪਲੋਇਡ ਜਾਂ ਫਿਰ ਹੈਪਲੋਇਡ ਸਟੇਜ ਹੁੰਦੀ ਹੈ ਨਾ, ਡਿਪਲੋਇਡ ਸਪੋਰੋਫਿਟਿਕ, ਹੈਪਲੋਇਡ ਗੈਮੀਟੋਫਿਟਿਕ, ਤੇ ਇਹ ਅਲਟਰਨੇਟ ਕਰਦੀਆਂ ਰਹਿੰਦੀਆਂ ਨੇ। ਕਿਸੇ ਵਿੱਚ ਗੈਮੀਟੋਫਿਟਿਕ ਫੇਸ ਜ਼ਿਆਦਾ ਹੁੰਦਾ ਤੇ ਕਿਸੇ ਵਿੱਚ ਸਪੋਰੋਫਿਟਿਕ ਫੇਸ ਜ਼ਿਆਦਾ ਹੁੰਦਾ। ਐਲਗੇ ਦੇ ਵਿੱਚ ਗੱਲ ਕਰੀਏ ਤਾਂ ਉਹਦੇ ਵਿੱਚ ਸਪੋਰੋਫਿਟਿਕ ਫੇਸ ਹੁੰਦਾ ਨਹੀਂ, ਉਹਦੇ ਵਿੱਚ ਐਬਸੈਂਟ ਹੁੰਦਾ, ਦਿਸ ਇਜ਼ ਕੰਪਲੀਟ, ਦੈਟ ਇਜ਼ ਕੰਪਲੀਟਲੀ ਹੈਪਲੋਇਡ, ਠੀਕ ਹੈ। ਪਰ ਇਹਦੇ ਵਿੱਚ ਗੱਲ ਕਰੀਏ ਤਾਂ ਜਿਹੜੀ ਮੇਨ ਪਲਾਂਟ ਬੋਡੀ ਆ, ਜਿਹੜੀ ਫ੍ਰੀ ਲਿਵਿੰਗ ਆ, ਹੈ ਨਾ, ਉਹ ਹੈਪਲੋਇਡ ਆ, ਉਹ ਗੈਮੀਟੋਫਿਟਿਕ ਆ। ਪਰ ਜਿਹੜੀ ਸਪੋਰੋਫਿਟਿਕ ਆ ਉਹ ਸ਼ਾਰਟ ਟਾਈਮਲੀ ਆਉਂਦੀ ਆ ਵਿੱਚ, ਠੀਕ ਹੈ, ਲਾਈਫ ਸਾਈਕਲ ਦੇ। The main plant body of the bryophyte is haploid. It produces gametes, hence is called the gametophyte. ਇਹ ਜੋ ਗੈਮੀਟਸ ਬਣਨੇ, ਹੈਪਲੋਇਡ ਤੋਂ ਗੈਮੀਟਸ ਬਣਨਗੇ ਤਾਂ ਕੀ ਇਹ ਮਿਓਸਿਸ ਹੋਗੀ ਕਿ ਮਾਈਟੋਸਿਸ ਹੋਗੀ? ਓਬਵੀਅਸਲੀ ਇਹਦੇ ਵਿੱਚ ਮਾਈਟੋਸਿਸ ਹੋਗੀ, ਹੈ ਨਾ, ਇਕੁਏਸ਼ਨਲ ਡਿਵੀਜ਼ਨ ਹੋਗੀ, ਠੀਕ ਹੈ, ਕਿਉਂਕਿ ਮਿਓਸਿਸ ਤੋਂ n/2 ਤੇ n/2 ਤਾਂ ਹੁਣ ਰਿਹਾ, ਕਿਉਂਕਿ ਆਲਰੇਡੀ ਹੈਪਲੋਇਡ ਆ, ਤੇ ਇਵੇਂ ਆਪਦੇ ਵਰਗੇ ਹੈਪਲੋਇਡ ਹੀ ਗੈਮੀਟਸ ਹੁੰਦੇ ਆ, ਗੈਮੀਟਸ ਤਾਂ ਹੈਪਲੋਇਡ ਹੀ ਹੁੰਦੇ ਆ, ਰਾਈਟ। ਤੇ ਉਹਦੇ ਬਾਅਦ ਜਦੋਂ ਗੈਮੀਟਸ ਜਿਹੜੇ ਫਿਊਜ਼ ਕਰਦੇ ਆ, ਤਾਂ ਜਦੋਂ 2n ਫਿਊਜ਼ ਕਰਨਗੇ ਤਾਂ 2n ਬਣ ਜੂਗਾ, ਹੈ ਨਾ, ਤਾਂ ਉੱਥੇ ਡਿਪਲੋਇਡ ਸਟੇਜ ਆਊਗੀ, ਉਹ ਹੁੰਦੀ ਹੈਗੀ ਸਪੋਰੋਫਿਟਿਕ ਸਟੇਜ, ਠੀਕ ਹੈ। ਤੇ ਇਹ ਸਟੇਜ ਜਿਹੜੀ ਆ ਉਹ ਬਹੁਤ ਘੱਟ ਟਾਈਮ ਲਈ ਰਹਿੰਦੀ ਆ ਲਿਵਰ ਵੋਟਸ ਤੇ ਮੋਸਿਸ ਦੇ ਵਿੱਚ, ਮਤਲਬ ਬ੍ਰਿਓਫਾਈਟਸ ਦੇ ਵਿੱਚ, ਤੇ ਇਟ ਪ੍ਰੋਡਿਊਸਿਸ ਗੈਮੀਟਸ, ਹੈਂਸ ਇਜ਼ ਕਾਲਡ ਗੈਮੀਟੋਫਾਈਟ, ਠੀਕ ਹੈ। ਗੈਮੀਟੋਫਾਈਟ ਕਹਿੰਦੇ ਕਿਉਂਕਿ ਉਹ ਗੈਮੀਟਸ ਪ੍ਰੋਡਿਊਸ ਕਰਦੀ ਹੈ। ਤੇ ਸੈਕਸ ਆਰਗਨਸ ਇਨ ਬ੍ਰਿਓਫਾਈਟਸ ਆਰ ਮਲਟੀ ਸੈਲਰ। ਬ੍ਰਿਓਫਾਈਟਸ ਦੇ ਵਿੱਚ ਜਿਹੜੇ ਸੈਕਸ ਆਰਗਨਸ ਹੁੰਦੇ ਨੇ ਉਹ ਮਲਟੀ ਸੈਲਰ ਹੁੰਦੇ ਨੇ। ਆਪਾਂ ਨੂੰ ਇਲਗੇ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਸੀ ਕਿ ਯੂਨੀ ਸੈਲੂਲਰ ਨੇ, ਮਲਟੀ ਸੈਲੂਲਰ ਨੇ, ਠੀਕ ਹੈ, ਬਸ ਦਿੱਤਾ ਗਿਆ ਸੀਗਾ ਦੈਟ ਦੇ ਆਰ ਹੈਗੇ ਨੇ, ਠੀਕ ਹੈ। ਜੇ ਗੈਮੀਟਸ ਦੀ ਗੱਲ ਕਰੀਏ ਦੈਨ ਦੇ ਆਰ ਸਿੰਗਲ ਸੈਲੂਲਰ, ਠੀਕ ਹੈ, ਸਿੰਗਲ ਸੈਲ ਹੁੰਦੀ ਆ ਇਲਗੇ ਦੇ ਵਿੱਚ। The sex organs in bryophytes are multicellular, male sex organ antheridium ਕਿਹਾ ਜਾਂਦਾ, ਤੇ ਇਹ they produce biflagellate and heliozoids, ਠੀਕ ਹੈ। ਮੇਲ ਸੈਕਸ organ ਆ antheridium, ਠੀਕ ਹੈ। ਸ਼ੇਪਡ ਹੁੰਦਾ, ਠੀਕ ਹੈ।
flask shaped and produce a single egg। ਇੱਦਾਂ ਦਾ ਮਤਲਬ ਆ ਫਲਾਸਕ ਇੱਦਾਂ ਦਾ ਹੋਣਾ ਯਾ ਆਹ ਫਲਾਸਕ ਸ਼ੇਪ ਹੁੰਦਾ ਅਤੇ ਉਹਦੇ ਵਿੱਚ ਇੱਕ ਸਿੰਗਲ ਐਗ ਹੀ ਬਣਦਾ ਵਾ, ਓਨਲੀ ਵਨ ਸਿੰਗਲ ਐਗ। ਠੀਕ ਹੈ, this is what an archegonium look like, and the entherozoites are released into water where they come in contact with the archegonium। ठीक है, entherozoites ਸੀ ਆ ਕੀ ਸੀਗਾ, ਬਾਈਫਲੈਜਲੇਟ ਸੀਗਾ। ਇੱਥੇ ਆ ਸਾਰੇ ਪਾਣੀ ਆ, ठीक है, पानी के नाल ये ट्रैवल करूगा, बाइफलैजलेट आ, ठीक है, पानी ते फ्लैजला की हेल्प नाल ट्रैवल करूगा, ट्रैवल करके ये मूँह दे विच जाके आर्किगोनियम में मिलूगा, आर्किगोनियम दे विच जाके वो एग दे नाल फ्यूज हो जाऊगा, फ्यूज होके वो जाइगोट बनाऊगा। they produce biflagellate। the female sex organ is called archegonium, जो कि flask shaped ਹੁੰਦਾ है, it's single egg बनाਉਂਦਾ, only single egg। the entherozoites are released into water where they come in contact with the archegonium। ठीक है, the an entherozoites fuses with egg to produce zygote। पर पढ़ लिया, ठीक है। zygote do not undergo reduction division immediately। zygote ਜਿਹੜਾ ਹੈ immediately reduction division नहीं ਹੁੰਦੀ। ठीक है, रिडक्शन डिवीजन होनी क्यों जरूरी है, क्योंकि उन्होंने जी मेन प्लांट बॉडी है वो हैगी तो गेमेटोफाइट है, हैगी तो हैप्लोइड आ। तो मेन प्लांट बॉडी बनाने वास्ते तो हुण जाइगोट तो 2 हैप्लोइड सैल्स तो बने ना, 2 हैप्लोइड गैमीट्स की फ्यूजन तो बने, तो ओबीअसली जो जाइगोट वो डिप्लॉइड होगा है ना। तो इस करके उन्होंने मेन प्लांट बॉडी बनाने के लिए उन्होंने डिवाइड तो करना पऊगा, रिडक्शन डिवीजन अंडरगो करनी पऊगी। पर ਜਦੋਂ ਹੀ ਜ਼ਾਈਗੋਟ ਬਣ ਗਿਆ ਨਾਲ ਦੀ ਨਾਲ ਉਹਦੇ ਵਿੱਚ ਰਿਡਕਸ਼ਨ ਡਿਵੀਜ਼ਨ ਨਹੀਂ ਹੁੰਦੀ, ਨਾਲ ਦੀ ਨਾਲ ਉਹਦੇ 'ਚ ਇੱਦਾਂ ਨਹੀਂ ਹੁੰਦਾ ਕਿ ਨਾਲ ਦੀ ਨਾਲ ਹੀ ਉਹਦੇ 'ਚੋਂ ਹੈਪਲੋਇਡ ਸੈਲਸ ਬਣੇ, ਜਿਸ ਤੋਂ ਕੀ ਆ ਹੈਪਲੋਇਡ ਸਪੋਰਸ ਬਣੇ, ਜਿਸ ਤੋਂ ਕੀ ਆ ਉਹ ਹੋ ਸਕਦਾ ਹੈਗਾ ਨਿਊ ਪਲਾਂਟ ਬਣ ਜਾਊਗਾ। ਉਹੀ ਜਿਹੜੇ ਆ ਜਿਹਨੂੰ ਕਿ ਸਪੋਰੋਫਾਈਟ ਕਿਹਾ ਜਾਂਦਾ। ਜਿਹੜਾ ਸਪੋਰੋਫਾਈਟ ਆ ਉਹ ਫਰੀ ਲਿਵਿੰਗ ਨਹੀਂ ਹੁੰਦਾ, ਠੀਕ ਹੈ, ਬਟ ਅਟੈਚਡ ਟੂ ਦ ਫੋਟੋਸਿੰਥੈਟਿਕ ਗੈਮੇਟੋਫਾਈਟ ਐਂਡ ਡਿਰਾਈਵਸ ਨਰਿਸ਼ਮੈਂਟ ਫਰੋਮ ਇਟ। ਠੀਕ ਹੈ, ਉਹ ਫਰੀ ਲਿਵਿੰਗ ਨਹੀਂ ਹੁੰਦਾ, ਬਟ ਉਹ ਫੋਟੋਸਿੰਥੈਟਿਕ ਜਿਹੜਾ ਗੈਮੇਟੋਫਾਈਟ ਆ ਉਹ ਫੋਟੋਸਿੰਥੈਟਿਕ ਹੁੰਦਾ ਹੈਗਾ ਅਤੇ ਉਹਦੇ ਤੋਂ ਉਹਨੇ ਨਰਿਸ਼ਮੈਂਟ ਲੈਣ ਹੁੰਦਾ ਹੈਗਾ। ਸਮ ਸੈਲਸ ਆਫ ਦ ਸਪੋਰੋਫਾਈਟ ਅੰਡਰਗੋ ਰਿਡਕਸ਼ਨ ਡਿਵੀਜ਼ਨ ਮੀਓਸਿਸ ਟੂ ਪ੍ਰੋਡਿਊਸ ਹੈਪਲੋਇਡ ਸਪੋਰਸ। ਠੀਕ ਹੈ, ਅਤੇ ਸਪੋਰੋਫਾਈਟ ਦੇ ਵਿੱਚ ਜਿਹੜੇ ਕੁਝ ਸੈਲਸ ਹੁੰਦੇ ਨੇ ਉਹ ਰਿਡਕਸ਼ਨ ਡਿਵੀਜ਼ਨ ਕਰਦੇ ਨੇ, ਮਿਓਸਿਸ ਕਰਦੇ ਨੇ, ਅਤੇ ਉੱਥੋਂ ਹੈਪਲੋਇਡ ਸਪੋਰਸ ਬਣਾਉਂਦੇ ਨੇ। ਜਿਹੜੇ ਸਪੋਰਸ ਨੇ ਉਹ ਜਰਮੀਨੇਟ ਕਰਦੇ ਨੇ ਟੂ ਪ੍ਰੋਡਿਊਸ ਦਾ ਗੈਮੇਟੋਫਾਈਟ। ਹੁਣ ਆਪਾਂ ਦੇਖਦੇ ਹਾਂ ਕਿ ਪੂਰੀ ਕਹਾਣੀ ਹੈਗੀ ਕੀ ਆ। ਠੀਕ ਹੈ, ਆਹ ਕੀ ਆ ਮੇਨ ਪਲਾਂਟ ਬੋਡੀ ਆ, ਠੀਕ ਹੈ, ਜਿੱਦਾਂ ਦੀ ਵੀ ਬਣਦੀ ਹੈ ਨਾ ਇਹ ਮੇਨ ਪਲਾਂਟ ਬੋਡੀ ਆ। ਇਹਦੇ ਵਿੱਚ ਇੱਥੇ ਪਾਣੀ ਆ ਸਾਰਾ। ਆਹ हैगी अपने को मेल की मेन प्लांट बॉडी हैगी फीमेल की मेन प्लांट बॉडी। ये दोनों हैप्लोइड होने ये तो की आ इन्हों के सैल्स जोड़े भी सैक्स ऑर्गनस ओबीअसली ये ने क्रिप्टोग्राम है ना। तो जिथे भी इन्होंने सैक्स ऑर्गनस होंगे उत्थे जो सैल्स ने वो इक्वेशनल डिवीजन अंडरगो करेंगे तो उत्थे गैमीट्स बनने। ठीक है, तो इन्हों का जोड़ा ये फीमेल के कोल जो सैक्स ऑर्गनस होंगे वो फ्लास्क शेप होंगे वा। तो इदा मान लो जिदा का भी सैक्स ऑर्गन है ना, इदा सैक्स ऑर्गन मान लो। ठीक है, तो ये सिंगल एग बनूगा, सिंगल एग। तो यही की आ सेवरल बायोफ्लैजिलेट एंथीरोसाइट्स बनाए। ठीक है, इदा के बायोफ्लैजिलेट एंथीरोसाइट्स बनाए। तो वाटर की मदद ये जाके चल गया। एग सीगा मिलगमिट्स दोनों फ्यूज होए, इतों की बन गई एक डिप्लॉइड जाइगोट बन गया। फिर डिप्लॉइड जाइगोट अगे डिवाइड करूगा सेवरल सेल्स बन गए, तो उतों डिवाइड करके एक स्पोरोफिटिक बॉडी बन गई। ठीक है, डिप्लॉइड स्पोरोफिटिक बॉडी बन गई, जी कि फ्री लिविंग तो नहीं हैगी, पर जी हैप्लोइड बॉडी है ना नीचे वाली बॉडी है जी, हाँ नीचे वाली बॉडी है ना वो उपर ही रही है। ठीक है, जो आ जी नीचे वाली बॉडी आ ये फोटोसिंथैटिक आ, ये फोटोसिंथेसिस करती है। तो ये बॉडी जी स्पोरोफिटिक बॉडी आ डिप्लॉइड आ ये तो नरिशमेंट लेंदी है। ठीक है, तो ये ना कुछ सैल्स हूँ ये स्पोरोफिटिक बॉडी की नरिशमेंट लेंदी है। तो ये जोड़े कुछ सैल्स ने वो रिडक्शन डिवीजन करते, मतलब मान लो आ वाला इतने जोड़े इस जगह के सैल्स ने ये रिडक्शन डिवीजन अंडरगो करने, तो ये हैप्लोइड स्पोर्स बनाने हैप्लोइड स्पोर्स बनाए, तो उसके बाद थले जाएंगे स्पोर्स, तो इतने जर्मिनेट इनटू न्यू प्लांट बॉडीज। ठीक है, तो हैप्लोइड स्पोर्स तो जो न्यू बॉडी होंगे हैप्लोइड होंगे।
ਬ੍ਰਿਓਫਾਈਟਸ ਇਨ ਜਨਰਲ ਆਰ ਆਫ ਲਿਟਲ ਇਕੋਨੋਮਿਕ ਇੰਪੋਰਟੈਂਸ। ਇਹਨਾਂ ਦੀ ਇਕੋਨੋਮਿਕ ਇੰਪੋਰਟੈਂਸ ਤਾਂ ਬਹੁਤ ਘੱਟ ਹੈ, ਬ੍ਰਿਓਫਾਈਟਸ ਜਿਹੜੀ ਇਕੋਨੋਮਿਕ ਇੰਪੋਰਟੈਂਸ ਆ ਬਹੁਤ ਘੱਟ ਹੈ, ਬਟ ਕਿਹੜੇ ਕੁਛ ਬਟ ਇਹਨਾਂ ਦੀ ਮਤਲਬ ਜਿਹੜੀ ਇਕੋਲੋਜੀਕਲ ਇੰਪੋਰਟੈਂਸ, ਕਿਉਂਕਿ ਦੇ ਆਰ ਰਿਸਪੋਂਸਿਬਲ ਫॉर द plant succession on the bare rocks and soil, right? ਮਤਲਬ ਕਮਰਸ਼ੀਅਲ ਇੰਪੋਰਟੈਂਸ ਇਹਨਾਂ ਦੀ ਇੰਨੀ ਨਹੀਂ ਹੈਗੀ। ਬਟ ਜਿਹੜੇ ਮੋਸਿਸ ਨੇ ਉਹ ਕੀ ਆ, ਹਰਬੇਸ਼ੀਅਸ ਐਨੀਮਲਸ ਦੇ ਲਈ ਫੂਡ ਨੇ, ਮਤਲਬ ਜਿਹੜੇ ਹਰਬਸ ਵਗੈਰਾ ਖਾਂਦੇ ਨੇ ਉਹਨਾਂ ਲਈ ਫੂਡ ਦੇ ਤੌਰ 'ਤੇ ਇਹ ਹੈਗੇ ਨੇ। ਹਰਬੇਸ਼ੀਅਸ ਮੈਮਲਸ, ਬਰਡਸ ਅਤੇ ਐਨੀਮਲਸ, ਠੀਕ ਹੈ, ਜਿਹੜੇ ਹਰਬੇਸ਼ੀਅਸ ਮੈਮਲਸ, ਬਰਡਸ ਅਤੇ ਐਨੀਮਲਸ ਨੇ ਉਹਨਾਂ ਦੇ ਲਈ ਇਹ ਫੂਡ ਦੇ ਤੌਰ 'ਤੇ ਇਹ ਕੰਜ਼ਿਊਮ ਕੀਤੇ ਜਾ ਸਕਦੇ ਨੇ, ਠੀਕ ਹੈ। ਸਪੀਸ਼ੀਜ਼ ਆਫ ਸਫੈਗਨਮ ਕਦੇ ਵੀ ਸੈਰਗੈਸਮ ਤੇ ਸਵੈਗਨਮ ਦੇ ਵਿੱਚ ਕਨਫਿਊਜ਼ ਨਾ ਹੋ ਜਾਣਾ। ਜਿਹੜੀ ਸੈਰਗੈਸਮ ਹੈ ਉਹ ਕੀ ਆ, ਉਹ ਬਰਾਊਨ ਲਲਕੇ ਆ, ਤੇ ਜਿਹੜੇ ਸਵੈਗਨਮ ਆ ਉਹ ਕੀ ਆ, ਉਹ ਮੌਸ ਆ, ਠੀਕ ਹੈ। ਸਵੈਗਨਮ ਆ ਮੌਸ ਪ੍ਰੋਵਾਈਡ ਪੀਟ that have long been used as fuel, ਠੀਕ ਹੈ। ਸਵੈਗਨਮ ਤੋਂ ਕੀ ਬਣਦੀ ਆ, ਪੀਟ ਬਣਦੀ ਆ, ਪਰ ਜਿਹੜਾ ਸੈਰਗੈਸਮ ਆ ਉਹਦਾ ਕੀ ਹੁੰਦਾ ਗਾ, it is food, 70 species, marine algae, ਠੀਕ ਹੈ, keywords। ਤੇ ਸਵੈਗਨਮ ਦੀ ਪੀਟ ਬਣਦੀ ਆ, ਤੇ ਇਹ ਕਾਫੀ ਲੰਬੇ ਸਮੇਂ ਤੋਂ ਐਜ਼ ਫਿਊਲ ਯੂਜ਼ ਕੀਤੀ ਜਾਂਦੀ ਹੈ, ਐਂਡ ਐਜ਼ ਪੈਕਿੰਗ ਮਟੀਰੀਅਲ, ਤੇ ਪੈਕਿੰਗ ਮਟੀਰੀਅਲ ਦੇ ਲਈ ਤੌਰ 'ਤੇ ਵੀ ਯੂਜ਼ ਕੀਤੀ ਜਾਂਦੀ ਆ। ਕਾਹਦੇ ਲਈ, ਲਿਵਿੰਗ ਮਟੀਰੀਅਲ ਦੀ ਟਰਾਂਸਸ਼ਿਪਮੈਂਟ ਲਈ, ਠੀਕ ਹੈ। ਜੇ ਤੁਸੀਂ ਨੇ ਕੋਈ ਲਿਵਿੰਗ ਮਟੀਰੀਅਲ ਨੂੰ ਦੀ ਟਰਾਂਸਸ਼ਿਪਮੈਂਟ ਕਰਨੀ ਆ ਤਾਂ ਉਹਨੂੰ ਆਪਾਂ ਸਵੈਗਨਮ ਦੇ ਵਿੱਚ ਪੈਕ ਕਰਕੇ ਟਰਾਂਸਪੋਰਟ ਕਰ ਸਕਦੇ ਹਾਂ, ਕਿਉਂਕਿ ਸਵੈਗਨਮ ਦੀ ਕਾਫੀ ਕੈਪੈਸਿਟੀ ਹੁੰਦੀ ਆ ਵਾਟਰ ਨੂੰ ਹੋਲਡ ਕਰਨ ਦੀ, ਠੀਕ ਹੈ। ਤਾਂ ਕਰਕੇ ਉਹ ਡੀਕੇ ਨਹੀਂ ਹੋਊਗਾ ਜਿਹੜਾ ਲਿਵਿੰਗ ਮਟੀਰੀਅਲ ਆ। ਐਂਡ ਮੋਸਿਸ ਜਿਹੜੇ ਆ, ਮੋਸਿਸ ਅਤੇ ਲਾਈਕਨਸ ਜਿਹੜੇ ਸੀ ਫਸਟ ਔਰਗੈਨਿਜ਼ਮ ਸੀਗੇ ਰੌਕਸ ਨੂੰ ਕੋਲੋਨਾਈਜ਼ ਕਰਨ ਲਈ, ਮਤਲਬ ਰੌਕਸ ਦੇ ਉੱਪਰ ਕੀ ਆ, ਰੌਕਸ ਦੇ ਉੱਪਰ ਕਹਿ ਸਕਦੇ ਲਾਈਫ ਲਿਆਉਣ ਦੇ ਲਈ, ਠੀਕ ਹੈ। ਅਤੇ ਇਸ ਕਰਕੇ ਇਕੋਲੋਜੀਕਲ ਇੰਪੋਰਟੈਂਸ ਇਹਨਾਂ ਦੀ ਬਹੁਤ ਜ਼ਿਆਦਾ ਹੈ, ਕਿਉਂਕਿ ਇਕੋਨੋਮਿਕ ਇੰਪੋਰਟੈਂਸ ਬਹੁਤ ਘੱਟ ਆ, ਬਟ ਇਕੋਲੋਜੀਕਲ ਇੰਪੋਰਟੈਂਸ ਬਹੁਤ ਜ਼ਿਆਦਾ ਆ। ਅਤੇ ਇਹ ਰੌਕਸ ਨੂੰ ਡਿਕੰਪੋਜ਼ ਕਰਦੇ ਆ, ਅਤੇ ਜਿਹਦੇ ਨਾਲ ਸਬਸਟਰੇਟ ਨੂੰ ਸੁਟੇਬਲ ਬਣਾ ਦਿੰਦੇ ਆ ਹਾਇਰ ਪਲਾਂਟਸ ਦੀ ਗਰੋਥ ਦੇ ਲਈ। ਮੈਂ ਪਹਿਲਾਂ ਹੀ ਦੱਸਦਾ ਸੀਗਾ, ਸਿੰਸ ਮੋਸਿਸ ਫਾਰਮ ਡੈਂਸ ਮੈਟਸ ਔਨ ਦਾ ਸੋਇਲ, ਠੀਕ ਹੈ, ਸੋਇਲ ਦੇ ਉੱਪਰ ਡੈਂਸ ਮੈਟਸ ਬਣਾ ਲੈਂਦੇ, ਇਸ ਕਰਕੇ ਇਹ ਸੋਇਲ ਇਰੋਜਨ ਨੂੰ, ਠੀਕ ਹੈ, ਜਿਹੜੀ ਰੇਨਫੋਲ ਹੁੰਦੀ ਆ, ਠੀਕ ਹੈ, ਉਹਦੇ ਇੰਪੈਕਟ ਨੂੰ ਸੋਇਲ ਇਰੋਜਨ ਨੂੰ ਬਹੁਤ ਜ਼ਿਆਦਾ ਰਿਡਿਊਸ ਕਰ ਦਿੰਦੀ ਆ। ਅਤੇ ਬ੍ਰਿਓਫਾਈਟਸ ਦੋ ਕਲਾਸਿਸ ਦੇ ਵਿੱਚ ਡਿਵਾਈਡਡ ਨੇ, ਲੀਵਰਵੋਰਟਸ ਅਤੇ ਮੋਸਿਸ, ਠੀਕ ਹੈ। ਓਕੇ, ਸੋ ਪਹਿਲਾਂ ਗਰੋ ਕਰਦੇ ਨੇ, ਜਿੱਦਾਂ ਕਿ ਬੈਂਕਸ ਆਫ ਸਟਰੀਮਸ, ਠੀਕ ਹੈ, ਰਿਵਰਸ ਦੇ ਬੈਂਕਸ ਹੋ ਗਏ, ਹੈ ਨਾ, ਮਾਰਸ਼ੀ ਗਰਾਊਂਡ ਹੋ ਗਿਆ, ਡੈਮਸ ਹੋ ਗਏ, ਟਰੀਜ਼ ਦੇ ਬਾਗਸ ਹੋ ਗਏ, ਅਤੇ ਡੀਪ ਇਨ ਦ ਬੁਸ਼ ਮੀਨਸ ਡੀਪ ਇਨ ਦ ਜੰਗਲਸ, ਠੀਕ ਹੈ, ਜੰਗਲ ਦੇ ਅੰਦਰੂਨੀ ਹਿੱਸੇ ਦੇ ਵਿੱਚ, ਠੀਕ ਹੈ, ਅੰਦਰੂਨੀ ਹਿੱਸੇ ਦੇ ਵਿੱਚ ਕਿੱਥੇ ਗਰੋ ਕਰਦੇ ਨੇ, ਮੋਇਸਟ ਸ਼ੇਡੀ ਹੈਬਿਟੈਟਸ ਦੇ ਵਿੱਚ, ਜਿੱਦਾਂ ਕਿ ਬੈਂਕਸ ਆਫ ਸਟਰੀਮਸ, ਮਾਰਸ਼ੀ ਗਰਾਊਂਡਸ, ਡੈਮ ਸੋਇਲ, ਬਾਕ ਆਫ ਟਰੀਜ਼, ਜਾਂ ਫਿਰ ਡੀਪ ਇਨ ਦ ਬੁਸ਼। ਜਿਹੜੀ ਪਲਾਂਟ ਬੋਡੀ ਆ ਉਹ ਕੀ ਆ, ਥੈਲੋਇਡ ਹੁੰਦੀ ਆ, ਜਿੱਦਾਂ ਕਿ ਮਾਰਸ਼ੈਂਸ਼ੀਆ ਦੇ ਵਿੱਚ। ਇਹਦਾ ਇੱਕ ਹੋਰ ਐਗਜ਼ਾਮਪਲ ਦੇ ਸਕਦੇ ਆਪਾਂ, ਇਹਦਾ ਐਗਜ਼ਾਮਪਲ ਹੈ ਇਕੋਲੈਰਿਕਸੀਆ। It is very common example, but it is not written in CRT, don't know why, ठीक है। The plant body of a liver thyroid example, ਜਿਹੜਾ ਥੈਲਸ ਉਹ ਡੋਰਸੀ ਵੈਂਟਰਲ ਹੁੰਦਾ ਗਾ, ਠੀਕ ਹੈ, ਮਤਲਬ ਡੋਰਸਲ ਤੇ ਵੈਂਟਰਲ ਸਾਈਡ ਹੁੰਦੀ ਹੈ, ਤੇ ਕਲੋਜ਼ਲੀ ਅਟੈਚ ਟੂ ਸਬਸਟ੍ਰੇਟ। ਆ ਸਬਸਟ੍ਰੇਟ ਆ, ਠੀਕ ਹੈ, ਇਹਦੇ ਨਾਲ ਕਲੋਜ਼ਲੀ ਨਾਲ ਜੁੜਿਆ ਹੁੰਦਾ, ਤੇ ਉੱਪਰਲੀ ਸਾਈਡ ਇੱਕ ਥੈਲੇਲੀ ਸਾਈਡ, ਡੋਰਸਲ ਸਾਈਡ ਤੇ ਵੈਂਟਰਲ ਸਾਈਡ, ਠੀਕ ਹੈ। The leafy mammals have tiny leaf-like appendages in two rows on the stem-like structures. ਤੇ ਜਿਹੜੇ ਇਹਨਾਂ ਦੇ leafy mammals ਹੁੰਦੇ ਨੇ ਉਹਨਾਂ ਦੇ ਕੋਲ leaf-like appendages ਹੁੰਦੀਆਂ, leaf-like appendages ਹੁੰਦੀਆਂ ਨੇ, ਠੀਕ ਹੈ, two rows on the stem-like structures। ਮੰਨ ਲਓ ਲਾਈਕ
by fragmentation of thalli or by the formation of specialized structures called gametes। ठीक है, जी asexual reproduction होंगी है ਜਾਂ ਤਾਂ fragmentation ਨਾਲ ਹੁੰਦੀ ਆ ਜਾਂ ਫਿਰ specialized structures ਦੀ formation ਨਾਲ ਹੁੰਦੀ। ਜਿਹੜੇ specialized structures ਨੇ ਉਹ ਕੀ ਨੇ gametes। ठीक है, singular gamma। ਜਿਹੜੇ ਗੈਮੇ ਹੁੰਦੇ ਆ green multicellular asexual birds ਹੁੰਦੇ ਨੇ ਜਿਹੜੇ ਕਿ small receptacle ਦੇ ਅੰਦਰ ਬਣਦੇ ਨੇ। ठीक है, ਜਿਨ੍ਹਾਂ ਨੂੰ ਗੈਮਾ ਕਪਸ ਕਿਹਾ ਹੁੰਦਾ। थोड़ा जिहा ਆਪਾਂ ਇਹਦਾ ਉਹ ਦੇ ਦਈਏ डायग्राम, थोड़ा ज़्यादा समझ होगा ना। लाइक मान लो इन्हें एक इदा का स्ट्रक्चर आ लाइक समथिंग लाइक दिस बोमेंस कैप्सूल वर्गा। ठीक है, ये अपना हैगा गा गैमा कप। तो ये अंदर ना इदा बड लाइक इदा दी कुछ इदा दी ना स्ट्रक्चर फॉर्म होंगे ने। ठीक है, इदा जिदा आप कह सकते हैं वो होंगे आ एंथर है ना, एंथर के उपर आ इदा के स्ट्रक्चर इन्हों कहा जाता है गैमे। आ बर्ड्स ने ये एसेक्सुअल बर्ड्स ने। ठीक है, ये ग्रीन ने मल्टीसैलुलर ने ते एसेक्सुअल बर्ड्स ने। ठीक है, ग्रीन मल्टीसैलुलर ते एसेक्सुअल बर्ड्स ने विच डेवलप इन स्मॉल रिसेप्टिकल्स कॉल्ड गैमा कप्स। आ गैमा कप के अंदर गैमे डेवलप होंगे ने। ठीक है, ग्रीन मल्टीसैलुलर बर्ड लाइक स्ट्रक्चर्स। ठीक है, स्मॉल बर्ड्स यू कैन से एसेक्सुअल बर्ड्स ने ये। ते ਜਿਹੜੇ ਗੈਮਾ ਕਪਸ ਨੇ ਉਹ ਥੈਲਾਈ मतलब बॉडी के उपर ही होंगे ने उन्हों की। द गैमे बिकेम डिटैच्ड फ्रॉम द पेरेंट बॉडी एंड जर्मिनेट टू फॉर्म न्यू इंडिविजुअल। ठीक है, हम आप गैमा बनाया सी इदां दा गैमा कप बनाया सी इदां दा है ना, तो वो अंदर मान लो एको ही गैमा एको ही गैमा तो जो इन्हें एसेक्सुअल रिप्रोडक्शन होगी तो इतों ही डिटैच हो जाएगा। तो आज भी सबस्ट्रेट है उत्थे जाके अटैच होकर अगे सारी वड्डी बॉडी बना लूगा। ठीक है, अगे बॉडी सारी डेवलप हो चुका। ठीक है, the gamma become detached from the parent body and germinate to form new individuals. During sexual reproduction, male and female sex organs are produced either on the same or on different thalli। ठीक है, मतलब ये डायोशियस भी हो सकती है, मोनोशियस भी हो सकती है। मतलब डिफरेंट थैलाई होते हुए जो दोनों फीमेल मेल सेक्स ऑर्गन्स द डायोशियस जो सेम तरह के हुए तो मोनोशियस होंगे। द स्पोरोफाइट इज डिफरेंशिएटेड इनटू फुट सीता एंड कैप्सूल। जेड़ा स्पोरोफाइट आ वो फुट सीता के कैप्सूल के डिफरेंशिएटेड होंगे। आफ्टर म्यूसिस स्पोर्स आर प्रोड्यूस्ड विद इन द कैप्सूल। ठीक है, तो कैप्सूल के स्पोर्स बनते हैं म्यूसिस तो बाद दी स्पोर्स जर्मिनेट टू फॉर्म फ्री लिविंग गैमेटोफाइट्स। तो जोड़े स्पोर्स ने वो फ्री लिविंग गैमेटोफाइट्स बनाते हैं। ये अपन पहले ही देख लिया ना कि जो दो गैमेट्स मिलते हैं तो डिप्लॉयड जाइगोट बनता। तो डिप्लॉयड जाइगोट इमीजिएटली जोड़ा रिडक्शन डिवीजन अंडरगो नहीं करता, वो एक स्पोरोफाइटिक बॉडी बनाता जी फ्री लिविंग नहीं होंगी बट गैमेटोफाइट के उपर परसिस्ट करती है। ठीक है, फोटोसिंथेटिक गैमेटोफाइट के उपर रही है तो नरिशमेंट लेंदी है। तो वो कुछ सैल्स होंगे ने जोड़े कि फिर रिडक्शन डिवीजन अंडरगो करते हैं। तो रिडक्शन डिवीजन अंडरगो करके वो स्पोर्स बनाते हैं। तो फिर जो स्पोर्स ने वो नवे फ्री लिविंग गैमेटोफाइट्स बनाते हैं। ठीक है, तो जोड़े स्पोर्स ने वो कितने बनते हैं, कि स्पैशलाइज्ड सैल्स ने। ठीक है, स्पोर्स कैप्सूल के बनते हैं। ठीक है, एक बार अपन इंट्रोडक्शन पढ़ लीए, उसके बाद आप सॉरी लिवर बोर्ड्स पढ़ लीए, उसके बाद आप मोसिस से चाहेंगे। जो लिवर बोर्ड्स होंगे मोस्टली मॉइस्ट शेडी हैबिटेट्स के रहते हैं मिलते हैं, जिदा कि बैंक्स ऑफ स्ट्रीम्स हो गए, मार्शी ग्राउंड्स, डैम प्लेसेस, ह्यूमिड प्लेसेस, बार्क ऑफ ट्रीज ते इन द बुश मतलब जंगल के अंदरूनी हिस्से जो प्लांट बॉडी होंगी है वो थैलोइड होंगी है। जिमें कि मास्टेंशियल मतलब ट्रू लीफ फ्रूट स्टैम कुछ नहीं होंगे इन्होंने को। जी थैलस होंगी है वो डॉर्सली वेंट्रल होंगी है तो सरफेस के उपर सबस्ट्रेट के उपर क्लोजली अप्रैस्ड होंगी है। जो लीफी मैंबरस होंगे ने उन्होंने को टाइनी लीफाइक अपेंडेजेस होंगे ने जोड़े कि दो रोज के उपर प्रेजेंट होंगे ने स्टैम लाइक स्ट्रक्चर्स के उपर। ठीक है, जो आ वाला स्ट्रक्चर सी आ चीज़ सी स्टैम लाइक सी। ठीक है, तो जो दो रोज के उपर आ टाइनी लीफाइक अपेंडेजेस ने। ठीक है, दो रोज के प्रेजेंट होंगे एंड जी एसेक्सुअल रिप्रोडक्शन बाय फ्रैगमेंटेशन तो बहुत कॉमन है। ठीक है, तो फ्रैगमेंटेशन ऑफ थैलाई वो फिर एक फ्रैगमेंट जो नवे इंडिविजुअल नवे थैलस के ग्रो करता है। ठीक है, तो एक तो फ्रैगमेंटेशन होगी, दूसरी होगी बाय द
ਬਾਈ ਦ ਫਾਰਮੇਸ਼ਨ ਆਫ ਸਪੈਸ਼ਲਾਈਜ਼ਡ ਸਟਰਕਚਰ ਕਾਲਡ ਗੈਮੇ। ਠੀਕ ਹੈ, ਗੈਮੇ ਕਿੱਥੇ ਗੈਮੇ ਹੁੰਦੇ ਕੀ ਹੈ, ਗ੍ਰੀਨ ਹੁੰਦੇ ਨੇ, ਮਲਟੀ ਸੈਲੂਲਰ ਹੁੰਦੇ ਨੇ, ਤੇ ਇਹ ਸੈਕਸ਼ੂਅਲ ਬਰਡਸ ਹੁੰਦੇ ਨੇ, ਤੇ ਇਹ ਸਪੈਸ਼ਲਾਈਜ਼ਡ ਰਿਸੈਪਟੀਕਲ ਸਮੋਲ ਰਿਸੈਪਟੀਕਲ ਦੇ ਅੰਦਰ ਬਣਦੇ ਨੇ, ਜਿਹਨੂੰ ਗੈਮੇ ਕਪਸ ਕਿਹਾ ਜਾਂਦਾ ਹੈਗਾ। ਜਿਹੜੇ ਗੈਮੇ ਹੁੰਦੇ ਆ ਫਿਰ ਉਹਦੇ ਬਾਅਦ ਪੈਰੈਂਟ ਬੋਡੀ ਤੋਂ ਅਟੈਚ ਹੋ ਜਾਂਦੇ ਨੇ ਤੇ ਫਾਰਮ ਜਰਮੀਨੇਟ ਕਰਕੇ ਨਵਾਂ ਇੰਡੀਵਿਜੂਅਲ ਬਣਾਉਂਦੇ ਨੇ। ਸੈਕਸ਼ੂਅਲ ਰਿਪਰੋਡਕਸ਼ਨ ਵੇਲੇ ਮੇਲ ਤੇ ਫੀਮੇਲ ਜਿਹੜੇ ਸੈਕਸ ਆਰਗਨਸ ਨੇ ਉਹ ਸੇਮ ਬੋਡੀ ਦੇ ਉੱਪਰ ਵੀ ਬਣ ਸਕਦੇ ਨੇ, ਡਿਫਰੈਂਟ ਬੋਡੀ ਦੇ ਉੱਪਰ ਵੀ ਬਣ ਸਕਦੇ ਨੇ, ਮਤਲਬ ਮੋਨੋਸ਼ੀਅਸ ਵੀ ਹੋ ਸਕਦੇ ਆ, ਲੀਵਰ ਵਰਡਸ ਤੇ ਡਾਇਓਸ਼ੀਅਸ ਵੀ ਹੋ ਸਕਦੇ ਨੇ। ਠੀਕ ਹੈ, ਤੇ ਜਿਹੜੇ ਸਪੋਰੋਫਾਈਟਸ ਹੁੰਦੇ ਨੇ ਉਹ ਕੀ ਆ, ਫੁੱਟ ਸੀਤਾ ਤੇ ਕੈਪਸੂਲ ਇਹਨਾਂ ਦੀ ਡਿਫਰੈਂਸ਼ੀਏਟਡ ਹੁੰਦੇ। ਹੁਣ ਆਪਾਂ ਨੇ ਕਿਹਾ ਸੀ ਦੈਟ ਬ੍ਰਿਓਫਾਈਟਸ ਦੀ ਬੋਡੀ ਇਜ਼ ਮੋਰ ਡਿਫਰੈਂਸ਼ੀਏਟਡ ਦੈਨ ਦੈਟ ਆਫ ਦ ਐਲੀਗੇਟਰ। ਠੀਕ ਹੈ, ਫੁੱਟ ਸੀਤਾ ਤੇ ਕੈਪਸੂਲ ਦੇ ਵਿੱਚ ਇਹ ਸਪੋਰੋਫਾਈਟ ਦੀ ਬੋਡੀ ਡਿਫਰੈਂਸ਼ੀਏਟਡ ਹੁੰਦੀ ਹੈ, ਤੇ ਮਿਓਸਿਸ ਤੋਂ ਬਾਅਦ ਸਪੋਰਸ ਬਣਦੇ ਨੇ ਕੈਪਸੂਲ ਦੇ ਵਿੱਚ, ਤੇ ਜਿਹੜੇ ਸਪੋਰਸ ਨੇ ਬਾਅਦ ਫ੍ਰੀ ਲਿਵਿੰਗ ਗੈਮੀਟੋਫਾਈਟਸ ਦੇ ਵਿੱਚ ਜਰਮੀਨੇਟ ਹੋ ਜਾਂਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂਗੇ ਮੋਸਿਸ ਦੀ। ਠੀਕ ਹੈ, ਮੋਸਿਸ ਜਿਹੜੀ which consists of two stages, ਤੇ ਜਿਹੜੀ ਗੈਮੀਟੋਫਾਈਟ ਸਟੇਜ ਆ ਉਹਦੇ ਵਿੱਚ ਹੀ ਦੋ ਸਟੇਜਸ ਨੇ। ਠੀਕ ਹੈ, ਇੱਕ ਹੁੰਦੀ ਆ ਪ੍ਰੋਟੋਨੈਮਾ ਤੇ ਇੱਕ ਹੁੰਦੀ ਆ ਲੀਫੀ ਸਟੇਜ। ਠੀਕ ਹੈ, ਦ ਫਸਟ ਸਟੇਜ ਇਜ਼ ਅ ਪ੍ਰੋਟੋਨੈਮਾ ਵਿਚ ਡਿਵੈਲਪਸ ਡਾਇਰੈਕਟਲੀ ਫਰੋਮ ਦ ਸਪੋਰ। ਰਾਈਟ, ਆਹ ਸਬਸਟ੍ਰੇਟਮ ਇੱਥੇ ਸਪੋਰ ਆਇਆ, ਉੱਥੇ ਇੱਕ ਇੱਦਾਂ ਦਾ ਮਤਲਬ ਸਟਰਕਚਰ ਬਣੂਗਾ, ਪ੍ਰੋਟੋਨੈਮਾ ਫਿਲਾਮੈਂਟਸ ਹੁੰਦਾ। ਠੀਕ ਹੈ, ਫਿਲਾਮੈਂਟਸ ਸਟਰਕਚਰ ਬਣੂਗਾ ਜਿਹੜੀ ਪ੍ਰੋਟੋਨੈਮਾ ਕਿਹਾ ਹੁੰਦਾ ਹੈਗਾ। ਠੀਕ ਹੈ, ਵਿਚ ਇਟ ਇਜ਼ ਅ ਕ੍ਰੀਪਿੰਗ ਗ੍ਰੀਨ ਬ੍ਰਾਂਚਡ ਐਂਡ ਫ੍ਰੀਕੁਐਂਟਲੀ ਫਿਲਾਮੈਂਟਸ ਫਾਰਮ। ਠੀਕ ਹੈ, ਇਹ ਕ੍ਰੀਪਿੰਗ ਹੋਗੀ, ਗ੍ਰੀਨ ਹੋਗੀ, ਤੇ ਇਹ ਬ੍ਰਾਂਚਡ ਹੋਗੀ, ਬ੍ਰਾਂਚਡ ਫਾਰਮ ਹੋਗੀ, ਤੇ ਫਿਲਾਮੈਂਟਸ ਹੋਗੀ। ਦ ਸੈਕੰਡ ਸਟੇਜ ਇਜ਼ ਦ ਲਿਵਿੰਗ ਸਟੇਜ ਵਿਚ ਡਿਵੈਲਪਸ ਫਰੋਮ ਦ ਸੈਕੰਡਰੀ ਪ੍ਰੋਟੋਨੇਮਾ ਐਜ਼ ਅ ਲਿਟਲ ਬਡ। ਹੁਣ ਦੇਖੋ ਇਹ ਥੋੜੀ ਸਮਝਣ ਵਾਲੀ ਗੱਲ ਆ, ਕਿੱਦਾਂ ਕੀ ਕਹਿਣਾ ਚਾਹ ਰਹੇ ਆਪਾਂ। ਆਪਣਾ ਸਪੋਰ ਸੀਗਾ ਜਾਂ ਸਪੋਰ grow ਹੁੰਦਾ ਹੈਗਾ on the protonema. ਠੀਕ ਹੈ, develops from the secondary protonema as a little bud. They consist of upright slender axis bearing spirally arranged leaves. ਇਹਨਾਂ ਦੇ ਜਿਹੜੇ ਮੋਸਿਸ ਹੁੰਦੇ ਨੇ ਉਹਨਾਂ ਦੀ ਇੱਦਾਂ ਐਕਸਿਸ ਹੁੰਦੀ ਹੈ ਤੇ ਇਹਨਾਂ ਦੇ ਉੱਪਰ ਸਪਾਇਰਲੀ ਅਰੇਂਜ, ਮਤਲਬ ਇੱਕ ਲੀਫ ਇੱਥੇ ਆ, ਫਿਰ ਦੂਜਾ ਇੱਥੇ, ਤੀਜਾ ਇੱਥੇ, ਮਤਲਬ ਇੱਦਾਂ ਗੋਲ 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 ਇੱਦਾਂ ਸਪਾਇਰਲ ਦੀ ਫੋਰਮ ਦੇ ਵਿੱਚ ਲੀਵਸ ਅਰੇਂਜਡ ਹੁੰਦੇ ਨੇ। ਠੀਕ ਹੈ, and they are attached to the soil through multicellular and branched rhizoids. in which rhizoids ਹੁੰਦੇ ਨੇ multicellular ਤੇ branched ਹੁੰਦੇ ਨੇ। ਜੇ ਆਪਾਂ ਗੱਲ ਕਰੀਏ liverworts ਤੇ rhizoids ਦੀ, ਹੈ ਨਾ, ਤਾਂ ਉਹਦੇ ਵਿੱਚ ਦਿੱਤਾ ਨਹੀਂ ਹੋਇਆ ਸੀ ਕਿ ਉਹ ਯੂਨੀਸੈਲੂਲਰ ਹੁੰਦੇ ਨੇ ਕਿ ਮਲਟੀਸੈਲੂਲਰ ਹੁੰਦੇ ਨੇ। ਠੀਕ ਹੈ, ਬਟ ਜਿਹੜੇ liverworts ਤੇ ਹੁੰਦੇ ਨੇ ਮੋਸਟਲੀ ਯੂਨੀਸੈਲੂਲਰ rhizoids ਹੁੰਦੇ ਨੇ ਉਹਨਾਂ ਦੇ। ਠੀਕ ਹੈ, ਤੇ spiral upright slender axis bearing spirally arranged leaves. They attach to the soil through multicellular and branched rhizoids. This stage bears the sex organs. ठीक है, ਜਿਹੜੀ ਲੀਫੀ ਸਟੇਜ ਆ ਹੁੰਦੇ ਨੇ। ਠੀਕ ਹੈ, this stage bears the sex organs. Vegetative reproduction in mosses by fragmentation. fragmentation ਨਾਲ ਹੁੰਦੀ ਹੈ ਤੇ budding ਦੇ ਨਾਲ ਹੁੰਦੀ ਹੈ। ਤੇ ਇਹਦੀ fragmentation ਦੀ budding secondary protonema ਮਤਲਬ ਕਿ ਲੀਫੀ ਸਟੇਜ ਦੀ। ਠੀਕ ਹੈ, ਵੈਜੀਟੇਟਿਵ ਰਿਪਰੋਡਕਸ਼ਨ ਨਾਲ ਹੁੰਦੀ ਆ ਸੈਕੰਡਰੀ ਪ੍ਰੋਟੋਨੇਮਾ ਦੀ ਫ੍ਰੈਗਮੈਂਟੇਸ਼ਨ ਨਾਲ ਜਾਂ ਉਹਦੇ ਬਡ ਫਾਰਮੇਸ਼ਨ ਨਾਲ। ਠੀਕ ਹੈ, ਇਨ ਸੈਕਸ਼ੂਅਲ ਰਿਪਰੋਡਕਸ਼ਨਸ ਦ ਸੈਕਸ ਆਰਗਨਸ ਐਂਥਰੀਡੀਆ ਐਂਡ ਆਰਕੀਗੋਨੀਆ ਆਰ ਪ੍ਰੋਡਿਊਸ ਐਟ ਦ ਐਪੈਕਸ ਆਫ ਦ ਲੀਫੀ ਸ਼ੂਟਸ। ਠੀਕ ਹੈ, ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਜਿਹੜੇ ਸੈਕਸ ਆਰਗਨਸ ਦੇ ਐਂਥਰੀਡੀਆ ਤੇ ਆਰਕੀਗੋਨੀਆ ਉਹ ਲੀਫੀ ਸ਼ੂਟਸ ਦੇ ਐਪੈਕਸ ਦੇ ਟਿਪ ਤੇ ਬਣਦੇ ਨੇ। ਆਫਟਰ ਫਰਟੀਲਾਈਜੇਸ਼ਨ ਦ ਜ਼ਾਈਗੋਟ ਡਿਵੈਲਪਸ ਇਨਟੂ ਅ ਸਪੋਰੋਫਾਈਟ। ਠੀਕ ਹੈ, ਫਰਟੀਲਾਈਜੇਸ਼ਨ ਤੋਂ ਬਾਅਦ ਸਪੋਰੋਫਾਈਟ ਦੇ ਵਿੱਚ ਜ਼ਾਈਗੋਟ ਡਿਵੈਲਪ ਹੁੰਦਾ ਹੈਗਾ। ਠੀਕ ਹੈ, ਜਿਹਦੇ ਕੋਲ ਫੁੱਟ ਸੀਤਾ ਤੇ ਕੈਪਸੂਲ ਹੁੰਦਾ ਹੈਗਾ। ਠੀਕ ਹੈ, ਜਿਹੜਾ ਸਪੋਰੋਫਾਈਟ ਹੁੰਦਾ ਹੈਗਾ ਮੋਸਿਸ ਦਾ ਉਹ ਮੋਰ ਇਲੈਬੋਰੇਟ ਆ ਲਿਵਰਵਰਟਸ ਦੇ ਸਪੋਰੋਫਾਈਟ ਨਾਲੋਂ। ਠੀਕ ਹੈ, ਲਿਵਰਵਰਟਸ ਦੇ ਸਪੋਰੋਫਾਈਟਸ ਨਾਲੋਂ ਜ਼ਿਆਦਾ ਵਧੀਆ ਹੁੰਦਾ ਹੈਗਾ ਮੋਸਿਸ ਦਾ ਸਪੋਰੋਫਾਈਟ। ਤੇ ਜਿਹੜੇ ਕੈਪਸੂਲਸ ਹੁੰਦੇ ਆ ਉਹਨਾਂ ਕੋਲ ਸਪੋਰਸ ਹੁੰਦੇ ਨੇ। ਸਪੋਰਸ ਆਰ ਫਾਰਮਡ ਆਫਟਰ ਮਿਓਸਿਸ। ਮਿਓਸਿਸ ਤੋਂ ਬਾਅਦ ਸਪੋਰਸ ਬਣਦੇ ਨੇ। ਜਿਹੜੇ ਮੋਸਿਸ ਹੁੰਦੇ ਨੇ ਉਹਨਾਂ ਕੋਲ ਇਲੈਬੋਰੇਟ ਮੈਕੈਨਿਜ਼ਮ ਹੁੰਦਾ ਹੈਗਾ ਸਪੋਰ ਡਿਸਪਰਜਨ ਵਾਸਤੇ। ਸਪੋਰ ਡਿਸਪਰਜਨ ਵਾਸਤੇ ਉਹਨਾਂ ਕੋਲ ਇਲੈਬੋਰੇਟ ਮੈਕੈਨਿਜ਼ਮ ਹੁੰਦਾ ਹੈਗਾ।
ठीक है। तो कॉमन एग्जाम्पल्स है ने फिनेरिया, पॉलीट्राइकम ते स्पैगनम। ਫਿਊਨੇਰੀਆ, ਪੋਲੀਟ੍ਰਾਈਕਮ ਤੇ ਸਪੈਗਨਮ। ठीक है। ਮੌਸਿਸ ਦੇ ਕੋਲ ਇਲੈਬੋਰੇਟ ਮੈਕੈਨਿਜ਼ਮ ਕਿਹੜਾ ਹੁੰਦਾ ਸਪੋਰ ਡਿਸਪੋਜ਼ਲ ਵਾਸਤੇ? ਇਹਨਾਂ ਦੇ ਕੋਲ ਹੁੰਦਾ ਹੈਗਾ ਜੀ ਪੈਰੀਸਟੋਮਲ ਟੀਥ। ਠੀਕ ਹੈ। ਇਹਨਾਂ ਦਾ ਜਿਹੜਾ ਸਟਰਕਚਰ ਹੈ, ਇੱਕ ਮੈਕੈਨਿਜ਼ਮ ਹੈ, ਠੀਕ ਹੈ, ਇੱਕ ਸਪੈਸ਼ਲਾਈਜ਼ਡ ਥਿੰਗ ਆ ਜਿਹੜੀ ਕਿ ਸਪੋਰ ਡਿਸਪੋਜ਼ਲ ਵਾਸਤੇ ਹੀ ਆ, ਉਹਨੂੰ ਆਪਾਂ ਕਹਿੰਦੇ ਆ ਪੈਰੀਸਟੋਮਲ ਟੀਥ। ਇਹ ਸਟਰਕਚਰ ਪ੍ਰੈਜ਼ੈਂਟ ਹੁੰਦਾ ਜਿਹੜੇ ਕਿ ਸਪੋਰ ਡਿਸਪੋਜ਼ਲ ਦੇ ਲਈ ਖਾਸ ਹੈ। ਠੀਕ ਹੈ। ਐਂਡ ਸਿਮਿਲਰਲੀ ਇਹਨਾਂ ਦੀ ਕੋਲ ਵੀ ਹੁੰਦਾ ਹੈਗਾ ਲੀਵਰ ਵੋਟਸ ਦੇ ਲਈ, ਪਰ ਇੰਨਾ ਇਲੈਬੋਰੇਟ ਨਹੀਂ ਹੁੰਦਾ। ਇਹਨਾਂ ਦੇ ਮੈਕੈਨਿਜ਼ਮ ਨੂੰ ਸਪੋਰ ਡਿਸਪਰਸ਼ਨ ਦੇ ਮੈਕੈਨਿਜ਼ਮ ਨੂੰ ਕਿਹਾ ਜਾਂਦਾ ਹੈਗਾ ਇਲੇਟਰ ਮੈਕੈਨਿਜ਼ਮ, ਲੀਵਰ ਵੋਟਸ ਦੇ ਮੈਕੈਨਿਜ਼ਮ। ਓਕੇ, ਸੋ ਇਹ ਸੀ ਆਪਣੇ ਮੌਸਿਸ। ਹੁਣ ਆਪਾਂ ਜੇ ਆਪਾਂ ਇਲੈਕਟ੍ਰਿਕ ਮੈਕੈਨਿਜ਼ਮ ਦੀ ਗੱਲ ਕਰੀਏ ਤਾਂ ਸਪੈਸ਼ਲੀ ਇਹਨਾਂ ਸਾਰੇ ਲੀਵਰ ਵੋਟਸ ਦੇ ਕੋਲ ਨਹੀਂ ਹੁੰਦਾ, ਸਪੈਸ਼ਲੀ ਨਾ ਮਾਰਸ਼ੈਂਸ਼ੀਆ ਦੇ ਕੋਲ ਹੁੰਦਾ ਗਾ, ਜਿਹਦੀ ਗੱਲ NCERT ਨੇ ਕੀਤੀ ਹੋਈ ਆ, ਉਹਦੇ ਕੋਲ ਹੁੰਦਾ ਗਾ ਮਾਰਸ਼ੈਂਸ਼ੀਆ ਦੇ ਕੋਲ। ਠੀਕ ਹੈ। ਹੁਣ ਆਪਾਂ ਮੌਸਿਸ ਦੀ ਗੱਲ ਕਰਦੇ ਤਾਂ ਉਹਨਾਂ ਦੇ ਵਿੱਚ ਪ੍ਰੀਡੋਮੀਨੈਂਟ ਸਟੇਜ ਕੀ ਹੁੰਦੀ ਹੈ ਕਿ ਗੈਮੇਟੋਫਾਈਟ ਹੁੰਦੀ ਹੈ, ਅਤੇ ਗੈਮੇਟੋਫਾਈਟ ਦੇ ਵਿੱਚ ਹੀ ਦੋ ਸਟੇਜਸ ਹੁੰਦੀਆਂ। ਪਹਿਲੇ ਹੁੰਦੀ ਪ੍ਰੋਟੋਨੇਮਾ, ਦੂਜੀ ਹੁੰਦੀ ਲੀਵੀਅਰ ਸਟੇਜ। ਜਿਹੜਾ ਜਦੋਂ ਸਪੋਰ ਹੁੰਦਾ ਹੈਗਾ ਸਬਸਟ੍ਰੇਟ ਦੇ ਉੱਪਰ ਅਟੈਚ ਕਰਦੇ ਤਾਂ ਸਿੱਧਾ ਇਹ ਕੀ ਹੁੰਦੀ ਆ ਗ੍ਰੀਨ ਬ੍ਰਾਂਚ ਅਤੇ ਫ੍ਰੀਕੁਐਂਟਲੀ ਫਿਲਾਮੈਂਟਸ ਸਟੇਜ ਹੁੰਦੀ ਆ। ਠੀਕ ਹੈ। ਜਿਹੜੀ ਸੈਕਿੰਡ ਸਟੇਜ ਦੀ ਸਟੇਜ ਹੁੰਦੀ ਆ, ਠੀਕ ਹੈ, ਜਿਹੜੀ ਕਿ ਸੈਕੰਡਰੀ ਪ੍ਰੋਟੋਨੇਮਾ ਤੋਂ ਬਣਦੀ ਹੈ ਐਜ਼ ਅ ਲੇਟਰ ਲਿਪਰ। ਠੀਕ ਹੈ। ਅਤੇ ਇਹਨਾਂ ਦੇ ਕੋਲ ਅਪਰਾਈਟ ਸਲੈਂਡਰ ਐਕਸਿਸ ਹੁੰਦੀ, ਜਿਹਦੇ ਕੋਲ ਸਪਾਇਰਲੀ ਅਰੇਂਜਡ ਲੀਵਸ ਹੁੰਦੀਆਂ ਨੇ। ਠੀਕ ਹੈ। ਐਂਡ ਦੇਅਰ ਇਹ ਕੀ ਆ ਬ੍ਰਾਂਚ ਜਿਹੜੀ ਮਲਟੀਸੈਲੂਲਰ ਰਾਈਜ਼ਰਸ ਦੀ ਹੈਲਪ ਨਾਲ ਸਬਸਟ੍ਰੇਟ ਦੇ ਨਾਲ ਅਟੈਚਡ ਹੁੰਦੇ ਨੇ, ਅਤੇ ਇਹ ਸਟੇਜ ਜਿਹੜੀ ਹੁੰਦੀ ਆ ਲੀਫੀ ਸਟੇਜ ਹੁੰਦੀ ਆ, ਉਹਦੇ ਕੋਲ ਸੈਕਸ ਆਰਗਨਸ ਹੁੰਦੇ ਨੇ। ਜਿਹੜੀ ਵੈਜੀਟੇਟਿਵ ਰਿਪਰੋਡਕਸ਼ਨ ਹੈ ਉਹ ਫਰੈਗਮੈਂਟੇਸ਼ਨ ਦੇ ਨਾਲ ਹੁੰਦੀ ਆ ਐਂਡ ਬਡਿੰਗ ਦੇ ਨਾਲ ਹੁੰਦੀ ਆ। ਜਿਹੜੇ ਲੀਵਰ ਵੋਟਸ ਉਹਨਾਂ ਦੇ ਵਿੱਚ ਹੁੰਦੀ ਹੈ ਫਰੈਗਮੈਂਟੇਸ਼ਨ ਅਤੇ ਗੈਮੇ ਦੀ ਹੈਲਪ ਦੇ ਨਾਲ। ਠੀਕ ਹੈ। ਅਤੇ ਇਹਨਾਂ ਦੇ ਵਿੱਚ ਹੁੰਦੀ ਹੈ ਫਰੈਗਮੈਂਟੇਸ਼ਨ ਅਤੇ ਬਡਿੰਗ ਦੇ ਨਾਲ। ਠੀਕ ਹੈ। ਜਿਹਦੇ ਵਿੱਚ ਬਡਿੰਗ ਕਿਹਦੇ ਵਿੱਚ ਹੁੰਦੀ ਆ? ਸੈਕੰਡਰੀ ਪ੍ਰੋਟੋਨੇਮਾ, ਮਤਲਬ ਕਿ ਲੀਫੀ ਸਟੇਜ ਦੇ ਵਿੱਚ ਬਡਿੰਗ ਹੁੰਦੀ ਹੈ। ਠੀਕ ਹੈ। ਜਿਹੜੀ ਲੀਫੀ ਸਟੇਜ ਉਹ ਆਪ ਖੁਦ ਹੀ ਸੈਕੰਡਰੀ ਪ੍ਰੋਟੋਨੇਮਾ ਦੇ ਐਜ਼ ਅ ਲਿਟਰਲ ਬਡ ਗਰੋ ਕਰਦੀ ਹੈ। ਠੀਕ ਹੈ। ਸੈਕੰਡਰੀ ਪ੍ਰੋਟੋਨੇਮਾ ਦੇ ਐਜ਼ ਅ ਲਿਟਰਲ ਬਡ ਗਰੋ ਕਰਦੀ ਹੈ। ਓ ਮਾਈ ਗॉड, yeah, this is primary, this is the, you can say, protonema, this is the secondary protonema। ठीक है। जो बाद में बनी सेकेंड ब्रांच सेकेंडरी प्रोटोनेमा, उस पर एक बड ग्रो हुआ है, ऐसे यार ये बन क्यों नहीं रहा? हाँ, एक ऐसे बड ग्रो हुआ एंड इस बड से जो है लीफी स्टेज बनेगी, और ये जो सेकेंडरी प्रोटोनेमा है ये भी फिलामेंटस है, प्राइमरी प्रोटोनेमा है ये भी फिलामेंटस है। एंड इसमें सेकेंडरी प्रोटोनेमा में फ्रेगमेंटेशन होगी या ਜਿਹੜੇ ਸੈਕਸ ਆਰਗਨਸ ਨੇ ਐਂਥਰੀਆ ਅਤੇ ਆਰਗੋਨੀਆ ਉਹ ਲੀਫੀ ਸਟੇਜ ਦੇ ਉੱਪਰ ਬਣਦੇ ਆ। ਆਲਰੇਡੀ ਆਪਾਂ ਨੇ ਉੱਪਰ ਦੇਖਿਆ ਸੀ ਦੈਟ ਦਿਸ ਸਟੇਜ ਬੀਅਰਸ ਸੈਕਸ ਆਰਗਨਸ। ਠੀਕ ਹੈ। ਅਤੇ ਇਹ ਲੀਫੀ ਸ਼ੂਟਸ ਅਤੇ ਐਪੈਕਸ ਦੇ ਉੱਪਰ ਬਣਦੇ ਆ, ਟਿਪ ਦੇ ਉੱਪਰ ਬਣਦੇ ਆ। ਅਤੇ ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜੇ ਜ਼ਾਈਗੋਟ ਆ ਉਹ ਸਪੋਰੋਫਾਈਟ ਦੇ ਵਿੱਚ ਡਿਵੈਲਪ ਹੋ ਜਾਂਦਾ। ਠੀਕ ਹੈ। ਅਤੇ ਜਿਹੜਾ ਸਪੋਰੋਫਾਈਟ ਉਹਦੇ ਕੋਲ ਫੁੱਟ ਸੀਟ ਅਤੇ ਕੈਪਸੂਲ ਹੁੰਦਾ ਹੈ। ਜਿਹੜਾ ਸਪੋਰੋਫਾਈਟ ਹੈ ਮੌਸਿਸ ਦੇ ਵਿੱਚ ਜ਼ਿਆਦਾ ਸਪੋਰੋਫਾਈਟ ਜਿਹੜਾ ਮੌਸਿਸ ਦੇ ਵਿੱਚ ਉਹ ਜ਼ਿਆਦਾ ਇਲੈਬੋਰੇਟ ਹੁੰਦਾ ਐਜ਼ ਕੰਪੇਅਰਡ ਟੂ ਲੀਵਰ ਵੋਟਸ। ਅਤੇ ਕੈਪਸੂਲ ਜਿਹੜਾ ਉਹਦੇ ਕੋਲ ਸਪੋਰਸ ਹੁੰਦੇ ਨੇ ਅਤੇ ਇਹਨਾਂ ਦੇ ਕੋਲ ਇੱਕ ਸਪੈਸ਼ਲਾਈਜ਼ਡ ਸਪੋਰ ਡਿਸਪਰਜ਼ਲ ਮੈਕੈਨਿਜ਼ਮ ਵੀ ਆ, ਜਿਹਦੇ ਨੂੰ ਪੈਰੀਸਟੋਮਲ ਟੀਥ ਕਿਹਾ ਜਾਂਦਾ ਹੈ ਨਾ। ਸਪੋਰ ਜਿਹੜੇ ਆ ਉਹ ਕੈਪਸੂਲ ਦੇ ਵਿੱਚ ਮਿਓਸਿਸ ਹੋਣ ਤੋਂ ਬਾਅਦ ਬਣਦੇ ਆ। ਅਤੇ ਜਿਹੜੇ ਮੌਸਿਸ ਹੁੰਦੇ ਆ ਹੋ ਗਿਆ ਤਾਂ ਜਿਹੜੇ ਕਾਮਨ ਐਗਜ਼ਾਮਪਲ ਇਹਦੇ ਵਿੱਚ ਹੈਗੇ ਫਿਨੇਰੀਆ, ਫਿਊਕਸ ਅਤੇ ਫਿਨੇਰੀਆ ਦੇ ਵਿੱਚ ਕਨਫਿਊਜ਼ਨ ਹੋ ਜਾਣਾ, ਪੋਰਫਾਈਰਾ ਅਤੇ ਪੋਲੀਟ੍ਰਾਈਕਮ ਦੇ ਵਿੱਚ ਕਨਫਿਊਜ਼ਨ ਹੋ ਜਾਣਾ, ਅਤੇ ਸੈਰਕਾਸਮ ਅਤੇ ਸਪੈਗਨਮ ਦੇ ਵਿੱਚ ਕਨਫਿਊਜ਼
बिल्कुल ना हो जाना। सो हुण आपां सारे दी एक फास्ट रीडिंग लास्ट रिवीजन क्रिस्प रीडिंग कर लैंदे आं। ਉਹਦੇ ਪਹਿਲਾਂ ਆਪਾਂ ਡਾਇਗਰਾਮ ਦੇਖ ਲੈਂਦੇ ਹਾਂ, ਹੈ ਨਾ। ਇਹ ਸੀ ਆਪਣਾ ਮਾਰਸ਼ਨਸ਼ੀਆ ਜਿੱਥੇ ਬਹੁਤ ਕਨਵਰਟ ਰੱਖਿਆ ਹੈਗਾ। ਮਾਰਸ਼ਨਸ਼ੀਆ ਸੀਗਾ ਅਤੇ ਮਾਰਸ਼ਨਸ਼ੀਆ ਕੀ ਹੁੰਦਾ ਹੈਗਾ, ਮਾਰਸ਼ਨਸ਼ੀਆ ਦੇ ਵਿੱਚ ਇਹ ਸੀਗਾ ਮੇਲ ਬੋਡੀ, ਇਹ ਸੀਗੀ ਫੀਮੇਲ ਬੋਡੀ, ਠੀਕ ਹੈ। ਆਹ ਮੇਲ ਬੋਡੀ ਦੇ ਕੋਲ ਆ ਕੀ ਸੀਗਾ, ਆਰਕੀਗੋਨੀ ਫॉर ਸਪੈਸ਼ਲਾਈਜ਼ ਸਟਰਕਚਰ ਜਿਹਦੇ ਕੋਲ ਸੈਕਸ ਆਰਗਨਸ ਹੋਣਗੇ, ਠੀਕ ਹੈ। ਅਤੇ ਆ ਗੈਮਾ ਕੱਪ ਜਿਹਦੇ ਵਿੱਚ ਗੈਮੇ ਹੋਣਗੇ, ठीक है। ई सैक्शुअल बर्ड्स, ग्रीन, मल्टी सैलूलर, ठीक है। तो थले राइजोइड जिहदे कारण ये जिहड़ा है सबस्ट्रेटम दे नाल अटैच्ड होगा। तो बस इन्हां दे विच मेल ते फीमेल दे विच आर्किगोनियोफोर ते एंथ्रीडियोफोर दा डिफरेंस हैगा, बाकी सारा सब कुछ सेम है। हुण आपां गल करदे हां मोसिस दी। मोसिस दे विच इन्हां ने एग्जांपल दित्ता आपां नूं फ्यूनेरिया ते पॉलीट्राइकम दा एग्जांपल दित्ता हैगा। तो इन्होंने क्या सी ਜਿਹੜੇ ਮੌਸਸ ਹੁੰਦੇ ਉਹਨਾਂ ਕੋਲ ਫੁੱਟ ਸੀਤਾ ਦੀ ਕੈਪਸੂਲ ਹੁੰਦਾ ਜਿਹੜਾ ਸਪੋਰੋਫਾਈਟ ਹੁੰਦਾ ਉਹਦੇ ਕੋਲ, ਤਾਂ ਇਹ ਉਹਦਾ ਸੀਤਾ ਹੋ ਗਿਆ ਸਟਾਕ-ਲਾਈਕ ਸਟਰਕਚਰ ਸੀਤਾ ਤੇ ਕੈਪਸੂਲ ਦੇ ਵਿੱਚ ਕੀ ਹੁੰਦਾ ਹੈਗਾ, ਸਪੋਰਸ ਬਣਦੇ ਨੇ ਬਾਈ ਦਾ ਰਿਡਕਸ਼ਨਲ ਡਿਵੀਜ਼ਨ ਔਰ ਫਾਈਬਰਿਓਸਿਸ, ਠੀਕ ਹੈ। ਤੇ ਇਹ ਲੀਵਸ ਨੇਗੇ, ਕਾਹਦੇ ਲੀਵਸ ਨੇ, ਇਹ ਗੈਮੇਟੋਫਾਈਟ ਓਬਵੀਅਸਲੀ। ਤੇ ਆਹ ਮੇਨ ਐਕਸਿਸ ਹੈਗੀ ਜਿਹਦੇ ਨਾਲ ਗੈਮੇਟੋਫਾਈਟ ਸਬਸਟ੍ਰੇਟਮ ਨਾਲ ਅਟੈਚ ਹੋਊਗਾ ਵਿਦ ਦ ਹੈਲਪ ਆਫ ਰਾਈਜ਼ੋਇਡਸ, ਠੀਕ ਹੈ। तो ये अपना है स्पैगनम, तो आर्किगोनियल ब्रांच वो थले आ, इंफीरियर ब्रांच वो उपर आ। तो ये हैल्प नाल इत्थे ईजीली जी सैक्शुअल रिप्रोडक्शन भी हो सकती है, ठीक है। उपरों किमें थले लेके जाएंगे तो सैक्शुअल रिप्रोडक्शन हो जाएगी। तो वो ब्रांचेस ने अपने क्या सीगा दे लीफी शूट्स जो होंगे उन्होंने को स्पायरली इदा 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 अरेंज लीव्स होंदियां नेगियां, ठीक है। पर जे लीवरवुड्स के मैंबर्स होंगे तो उन्होंने को स्टेम लाइक स्ट्रक्चर जिहदे 2 रोज के टाइनी लीफ लाइक अपेंडेजेस प्रेजेंट होंगे, ठीक है। दिस वाज इट। एंड हुण आपां एक फस्ट रिवीजन करते हैं। ब्रायोफाइट्स होंदे ने उन्हां दे विच वेरीअस मोसिस ते लीवर वॉट्स होंदे ने जिहड़े कि कॉमनली मॉइस्ट शेडेड एरियाज इन द हिल्स। तो प्लांट कहना भी क्या है बिकॉज ही लैंड के उपर रह सकते हैं, बट दे रिक्वायर वाटर फॉर देयर सैक्शुअल रिप्रोडक्शन। तो ये अगर दे कितने मिलते हैं डैम ह्यूमिड शेडेड लोकैलिटीज मिलते हैं, तो इंपॉर्टेंट रोल प्ले करते हैं इन द प्लांट सेक्शन ऑन बेयर रॉक्स एंड सॉइल, बंजर सॉइल के उपर भी गई। ਜਿਹੜੇ ਪਲਾਂਟ ਬੋਡੀ ਆ ਪ੍ਰੈਫਰਡਸ ਦੀ ਉਹ ਜ਼ਿਆਦਾ ਡਿਫਰੈਂਸ਼ੀਏਟਡ ਹੁੰਦੀ ਹੈ ਐਸ ਕੰਪੇਅਰ ਦੈਨ ਦ ਐਲਗੇ, ਠੀਕ ਹੈ। ਅਤੇ ਇਹ ਥੈਲਸ ਲਾਈਕ ਹੁੰਦੀ ਹੈ, ਪ੍ਰੋਸਟੇਟ ਵੀ ਹੋ ਸਕਦੀ ਹੈ ਜਾਂ ਫਿਰ ਇਰੈਕਟ ਵੀ ਹੋ ਸਕਦੀ ਹੈ। ਅਤੇ ਇਹ ਯੂਨੀਸੈਲੂਲਰ ਜਾਂ ਮਲਟੀ ਸੈਲੂਲਰ ਹੈਰਾਈਜ਼ੋਇਡਸ ਦੀ ਹੈਲਪ ਨਾਲ ਸਬਸਟ੍ਰੇਟਮ ਦੇ ਨਾਲ ਅਟੈਚਡ ਹੁੰਦੇ ਨੇ, ਜਿਹੜੇ ਇਹਨਾਂ ਦੇ ਕੋਲ ਟਰੂ ਸਟੈਮ ਲੀਵਸ ਅਤੇ रूट्स नहीं होंगे, जिस करके थैलोइड नहीं राइट। तो इन्ना बट इन्होंने को रूट लाइक लीफ लाइक स्टेम लाइक स्ट्रक्चर जरूर हो सकते हैं। जी मेन प्लांट बॉडी होंगी है राइजोइड्स की हूँ हैप्लॉइड होंगी है, तो यह गैमेट्स प्रोड्यूस करती है। तो इस करके इन्हों की जी मेन प्लांट बॉडी होंगी आ उन्होंने गैमेटोफाइट भी कहा जाता है। एंड अगे आप गल करिए ਜਿਹੜੇ ਸੈਕਸ ਆਰਗਨਸ ਹੁੰਦੇ ਨੇ ਬ੍ਰਾਇਓਫਾਈਟਸ ਦੇ ਉਹ ਮਲਟੀ ਸੈਲੂਲਰ ਹੁੰਦੇ ਨੇ। ਜਿਹੜਾ ਮੇਲ ਸੈਕਸ ਆਰਗਨ ਉਹਨੂੰ ਐਂਥੀਡੀਅਮ ਕਿਹਾ ਜਾਂਦਾ, ਅਤੇ ਜਿਹੜਾ ਮੇਲ ਸੈਕਸ ਆਰਗਨ ਦਾ ਡਿਵਾਈਡ ਕਰਕੇ ਬਾਈਫਲੈਜੇਲੇਟ ਐਂਥੀਰੀਓਸਾਈਟਸ ਨੂੰ ਜਨਮ ਦਿੰਦਾ ਕਹਿ ਸਕਦੇ ਹਾਂ, ਠੀਕ ਹੈ। ਜਿਹੜੇ ਫੀਮੇਲ ਸੈਕਸ ਆਰਗਨ ਆ ਉਹ ਆਰਕੀਗੋਨੀਅਮ ਆ, ਉਹ ਕੀ ਆ ਫਲਾਸਕ ਸ਼ੇਪ ਹੁੰਦਾ ਜਿਹਦੇ ਅੰਦਰ ਕੀ ਆ ਇੱਕ ਸਿੰਗਲ ਐਗ ਹੁੰਦਾ, ਠੀਕ ਹੈ। ਜਿਹੜੇ ਐਂਥੀਰੀਓਸਾਈਟਸ ਹੁੰਦੇ ਨੇ ਉਹ ਵਾਟਰ ਦੇ ਵਿੱਚ ਰਿਲੀਜ਼ ਕੀਤੇ ਜਾਂਦੇ ਨੇ, ਠੀਕ ਹੈ। ਵਾਟਰ ਦੇ ਵਿੱਚ ਰਿਲੀਜ਼ ਹੁੰਦੇ ਨੇ ਜਿੱਥੇ ਉਹ ਆਰਕੀਗੋਨੀਅਮ ਦੇ ਨਾਲ ਕੰਟੈਕਟ ਦੇ ਵਿੱਚ ਆਉਂਦੇ ਨੇ, ਠੀਕ ਹੈ। ਅਤੇ ਫਿਰ ਉਹਦੇ ਬਾਅਦ ਜਿਹੜਾ ਐਂਥੀਰੀਓਜ਼ੋਇਡ ਆ ਉਹ ਐਗ ਦੇ ਨਾਲ ਫਿਊਜ਼ ਕਰਕੇ ਜ਼ਾਈਗੋਟ ਬਣਾਉਂਦਾ। ਜਿਹੜਾ ਜ਼ਾਈਗੋਟ ਇਮੀਡੀਏਟਲੀ ਰਿਡਕਸ਼ਨ ਡਿਵੀਜ਼ਨ ਅੰਡਰਗੋ ਨਹੀਂ ਕਰਦਾ। ਰਿਡਕਸ਼ਨ ਡਿਵੀਜ਼ਨ ਅੰਡਰਗੋ ਕਰਨਾ ਉਹਦੇ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਅਨਲਾਈਕ ਠੀਕ ਹੈ ਆਪਾਂ ਤਾਂ ਡਿਪਲੋਇਡ ਆ ਅਤੇ ਜ਼ਾਈਗੋਟ ਬਣ ਜਾਂਦਾ ਡਿਪਲੋਇਡ ਆਰਗੈਨਿਜ਼ਮ ਬਣਦਾ ਗਾ, ਠੀਕ ਹੈ। ਬਟ ਉਹਨਾਂ ਦੇ ਵਿੱਚ ਜਿਹੜੇ ਉਹ ਹੈਪਲੋਇਡ ਉਹਨਾਂ ਦੀ ਮੇਨ ਪਲਾਂਟ ਬੋਡੀ ਹੈਪਲੋਇਡ ਹੈ, ਤਾਂ ਰਿਡਕਸ਼ਨ ਡਿਵੀਜ਼ਨ ਹੋਣੀ ਬਹੁਤ ਜ਼ਰੂਰੀ ਆ ਜ਼ਾਈਗੋਟ ਦੇ ਵਿੱਚ। ਪਰ ਉਹ ਇਮੀਡੀਏਟਲੀ ਰਿਡਕਸ਼ਨ ਡਿਵੀਜ਼ਨ ਨਹੀਂ ਹੁੰਦੀ, ਪਹਿਲਾਂ ਉਹ ਕੀ ਆ डिवाइड करता है ना ਜ਼ਾਈਗੋਟ, मतलब मल्टी सैलूलर बन जाता है। तो वो स्पोरोफिटिक बॉडी बना लेंगे। जी स्पोरोफिटिक बॉडी है वो फ्री लिविंग नहीं होती, बट वो परसिस्ट करती है कि गैमेटोफिटिक यूनीसैलूलर सॉरी या गैमेटोफिटिक हैप्लोइड बॉडी के उपर, ठीक है। तो जो गैमेटोफाइट होंगे वो की फोटोसिंथेटिक होंगे, ठीक है। तो वो जो स्पोरोफाइट है वो गैमेटोफाइट तो फोटोसिंथेटिक गैमेटोफाइट तो नरिशमेंट लेंदा है। एंड सम सैल्स जोड़े ने स्पोरोफाइट तो रिडक्शन डिवीजन अंडरगो करते हैं, तो वो स्पोर्स बनाते हैं। जो स्पोर्स ने वो कि बनते हैं कैप्सूल के बनते हैं, जो स्पोर्स ने वो की है गैमेटोफाइट
ਗੋਮੇਟੋਫਾਈਟ ਨੂੰ ਜਨਮ ਦਿੰਦੇ ਨੇ, ਠੀਕ ਹੈ, ਉਹ ਜਰਮੀਨੇਟ ਕਰਦੇ ਨੇ ਗੈਮੇਟੋਫਾਈਟ ਪ੍ਰੋਡਿਊਸ ਕਰਨ ਲਈ। ਜਿਹੜੇ ਬ੍ਰਾਇਓਫਾਈਟਸ ਹੁੰਦੇ ਨੇ ਉਹਨਾਂ ਦੀ ਇਕੋਨੋਮਿਕ ਇੰਪੋਰਟੈਂਸ ਬਹੁਤ ਘੱਟ ਹੈ, ਬਟ ਉਹਨਾਂ ਦੀ ਇਕੋਲੋਜੀਕਲ ਇੰਪੋਰਟੈਂਸ ਇਟ ਇਜ਼ ਮੈਸਿਵ, ਰਾਈਟ। ਤੇ बट इकोनॉमिक इंपोर्टेंस बहुत घट है, पर ऐ नहीं है कि भी बिल्कुल नाममात्र है। वो की फूड के तौर पर यूज़ किए जाते हैं फॉर सम हर्बेशियस मैमल्स एनिमल्स एंड बर्ड्स, ठीक है। स्पीशीज़ ऑफ स्पैगनम जोड़े आ वो की पीट प्रोड्यूस करते हैं, तो जो पीट आ सिंस अ लॉन्ग टाइम इट इज़ यूज्ड एज अ फ्यूल, वेरी इंपॉर्टेंट फ्यूल, ठीक है। वैसे तो पीट इज़ द वेरी लो क्वालिटी कोल, मीनस सब तो लो क्वालिटी की कोल नूं ही पीट किया जाता है, तो बहुत घट अमाउंट मतलब बहुत सारी पीट जी मतलब बहुत घट तुम कहते एनर्जी प्रोड्यूस कर सकती है, ठीक है। जी एफिशिएंसी बहुत घट होंगी है पीट की। जो मॉसिस होंगे ने, ठीक है, मॉसिस के लाइकन्स जो फर्स्ट ऑर्गेनिजम्स से हाँ तो पीट हाँ हाँ सच पीट प्रोड्यूस करते हैं, फ्यूल की तरह यूज़ किए जाते हैं। तो स्पैगनम जोड़ा स्पैगनम जोड़ा है वो पीट भी प्रोड्यूस करता, प्लस ये काफ़ी ज़्यादा वाटर होल्डिंग कैपेसिटी करके ट्रांसशिपमेंट ऑफ लिविंग ऑर्गेनिजम्स की ट्रांसशिपमेंट भी ये बहुत बड़ा रोल प्ले करता है। जो मॉसिस के लाइकन से वो फर्स्ट ऑर्गेनिजम से रॉक्स में कॉलोनाइज करने के लिए, इस करके ग्रेट इकोलॉजिकल इंपॉर्टेंस ने एक या रॉक्स में डिकम्पोज करते हैं, जिस करके एक या सबस्ट्रेट में सूटेबल बनाते हैं फॉर द ग्रोथ ऑफ हायर प्लांट्स एंड मॉसिस जोड़े डेंस मैट्स बनाते हैं सॉइल के उपर, जिस करके ये रेनफॉल के इंपैक्ट तो सॉइल बचाते हैं, सॉइल इरोजन तो बचाते हैं, प्रिवेंट करते हैं सॉइल इरोजन। जो ब्रायोफाइट्स ने दो क्लासेस डिवाइडेड होंगे लीवरवॉर्ट्स एंड मॉसिस। जो लीवरवॉर्ट्स होंगे ने वो यूजुअली मॉइस्ट शेडी हैबिटेट्स के ग्रो करते हैं, सच एज बैंक्स ऑफ स्ट्रीम्स, राइट, बार्क्स ऑफ ट्रीज एंड कह सकते हो मार्शी ग्राउंड, डैम्प सॉइल एंड डीप इन द वुड्स। जी प्लांट बॉडी होंगी लिवर बॉडी थैलोइड होंगी, एग्जाम्पल इस मार्शेंशिया। जी थैलस होंगी डॉर्सी वेंट्रल होंगी, तो सरफेस सबस्ट्रेट के नाल जी क्लोजली अप्रैस्ड होंगी है ना, काफ़ी नाल जुड़ी होंगी है सबस्ट्रेट के। जो लीफी मैंबर्स होंगे ने उन्होंने को स्टैम लाइक स्ट्रक्चर्स के उपर दो रोज के टाइनी लीफी अपैंडेजेस हो सकते हैं, ठीक है। जी एसेक्सुअल रिप्रोडक्शन होंगी है लिवर वॉर्ट्स के ओके फ्रैगमेंटेशन होंगी है बाय फ्रैगमेंटेशन ऑफ द थैलाई और बाय द फॉर्मेशन ऑफ स्पैशलाइज्ड स्ट्रक्चर्स कॉल्ड गैमे। जो गैमे होंगे वो ग्रीन होंगे, मल्टी सैलूलर होंगे, तो एसेक्सुअल बर्ड्स होंगे जोड़े कि स्मॉल रिसैप्टिकल्स स्मॉल कप लाइक स्ट्रक्चर्स के पाते हैं, जिन्होंने कि गैमा कप कहा जाता है, ठीक है। तो जोड़े गैमा कप होंगे ने वो भी थैलाई के उपर ही प्रेजेंट होंगे, वो भी उन्होंने बॉडी के उपर ही प्रेजेंट होंगे। जो गैमा ने फिर उसके बाद वो पैरेंट बॉडी तो डिटैच होंगे ने, तो जर्मिनेट करते हैं न्यू प्लांट बॉडी न्यू इंडिविजुअल के। जो सैक्शुअल रिप्रोडक्शन के मेल तो फीमेल सैक्स ऑर्गन्स ने वो ज़्यादा सेम थैलाई के उपर भी ग्रो कर सकते हैं, मतलब मोनोशियस भी हो सकते हैं, जोड़े लिवर वॉर्ट्स या डायोशी भी हो सकते हैं, मतलब जो सैक्स ऑर्गन्स ने डिफरेंट थैलाई के उपर भी ग्रो कर सकते हैं, ठीक है। जो स्पोरोफाइट है वो डिफरेंशिएटेड होंगे फुट सीता ते कैप्सूल का दे विच। लीवर वॉर्ट्स ते मॉसिस दोनों का स्पोरोफाइट ही डिफरेंशिएटेड होंगे फुट सीता ते कैप्सूल दे विच। ते मियोसिस तो बाद स्पोर्स प्रोड्यूस होंगे कैप्सूल दे विच, ठीक है। जो स्पोर्स होंगे ने वो जर्मिनेट करते हैं फ्री लिविंग गैमेटोफाइट्स बनाते हैं। मतलब मॉसिस की गल करते हैं तो प्रीडोमिनेंट स्टेज मॉसिस के भी गैमेटोफाइट है, गैमेटोफाइट स्टेज के विदिन ही दो स्टेजेस ने। पहली है कि जो डायरैक्टली स्पोर तो बनती है, स्पोर तो जर्मिनेट होकर जी पहली सब तो डायरैक्टली स्टेज बनती है उन्होंने क्या जाता प्रोटोनेमा। उसके बाद प्रोटोनेमा के उपर जो सैकेंडरी प्रोटोनेमा बनता है ना, सैकेंड ब्रांच बनती है, तो वो एक लिटरल बड बनता है। लिटरल बड तो क्या नैक्सट स्टेज बनती है कि गैमेटोफाइट की जिन्होंने कि लीफी स्टेज कहा जाता है, ठीक है। जी प्रोटोनेमा होंगी है वो क्रीपिंग ग्रीन ब्रांचड, ठीक है, क्रीपिंग ग्रीन ब्रांचड तो फ्रीकुएंटली फिलामेंटस स्टेज होंगी है, ठीक है। तो जो लीफी स्टेज होंगी है जो लीफी स्टेज होंगी है वो को अपराइट स्लैंडर एक्सिस होंगी है, मतलब सीधी सीधी एक्स होंगी है जिसके उपर स्पायरली अरेंज लीव्स होंगी ने। एंड ये कि सबस्ट्रेट के नाल विद द हेल्प ऑफ मल्टी सैलूलर राइजोइड्स के अटैच्ड होंगे ने। जी स्टेज होंगी है लीफी स्टेज होंगी है सैक्स ऑर्गन्स होंगे हैं। जो सैक्स ऑर्गन्स कितने होंगे ने, जो लीव्स होंगे ने जो स्टैम लाइक स्ट्रक्चर होंगे ने बेरिंग लीव्स, ठीक है, उन्होंने एपेक्स के उपर सैक्स ऑर्गन्स प्रेजेंट होंगे हैं। जी वैजीटेटिव रिप्रोडक्शन होंगी है मॉसिस के बाय फ्रैगमेंटेशन होंगी है एंड बडिंग होंगी है। जी फ्रैगमेंटेशन की बडिंग दोनों कितने होंगे ने, कि होंगे ने सैकेंडरी प्रोटोनेमा के फ्रैगमेंटेशन की बडिंग होंगी है। तो जी सैक्शुअल रिप्रोडक्शन होंगी है सैक्स जो सैक्स ऑर्गन्स होंगे ने आर्किगोनिया ते एंथीरिया। जो पहले ही दसता कि लीफी शूट्स ते
ਐਪੈਕਸ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ। ਤੇ ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜਾ ਜ਼ਾਈਗੋਟ ਆ ਉਹ ਸਪੋਰੋਫਾਈਟ ਦੇ ਵਿੱਚ ਡਿਵੈਲਪ ਕਰਦੇ ਤੇ ਸਪੋਰੋਫਾਈਟ ਦੇ ਕੋਲ ਕੀ ਹੁੰਦਾ ਫੁੱਟ ਸੀਤਾ ਦੇ ਕੈਪਸੂਲ ਹੁੰਦੇ ਆ ਤੇ ਫੁੱਟ ਸੀਤਾ ਵੀ ਕਹਿ ਸਕਦੇ ਹੋ ਸੈਟਾ ਜੋ ਵੀ ਤੁਹਾਡੀ ਪ੍ਰੋਨਾਂਸੀਏਸ਼ਨ ਆ। ਜਿਹੜੇ ਸਪੋਰੋਫਾਈਟਸ ਹੁੰਦੇ ਨੇ ਮੋਸਿਸ ਦੇ ਉਹ ਮੋਰ ਜ਼ਿਆਦਾ ਹੀ ਇਲੈਬੋਰੇਟ ਹੁੰਦੇ ਨੇ ਐਸ ਦੈਨ ਦ liverworts ਦੇ ਸਪੋਰ ਜਿਹੜੇ ਪ੍ਰੋਡਿਊਸ ਹੁੰਦੇ ਨੇ ਬਾਈ ਦ ਰਿਡਕਸ਼ਨਲ ਡਿਵੀਜ਼ਨ ਇਨ ਕੈਪਸੂਲ ਤੇ ਸਿਮਿਲਰ ਠੀਕ ਹੈ ਲਿਵਰਵੋਰਟਸ ਦੇ ਵਿੱਚ ਵੀ ਕੈਪਸੂਲ ਦੇ ਵਿੱਚ ਹੀ ਪਾਉਂਦੇ ਨੇ ਸਪੋਰਸ ਤੇ ਮੋਸਿਸ ਦੇ ਵਿੱਚ ਵੀ ਕੈਪਸੂਲ ਦੇ ਵਿੱਚ ਪਾਉਂਦੇ ਨੇ ਤੇ ਇਹਨਾਂ ਦੀ ਕੋਲ ਇੱਕ ਇਲੈਬੋਰੇਟ ਮੈਕੈਨਿਜ਼ਮ ਦਾ ਸਪੋਰ ਡਿਸਪਰਜ਼ਨ ਵਾਸਤੇ ਇਹਨਾਂ ਦੀ ਇਲੈਬੋਰੇਟ ਮੈਕੈਨਿਜ਼ਮ ਨੂੰ ਆਪਾਂ ਕਹਿੰਦੇ ਆ ਪੈਰਿਸਟੋਮਲ ਟੀਥ ਆ ਲਿਵਰਵੋਰਟਸ ਦੇ ਮੈਕੈਨਿਜ਼ਮ ਨੂੰ ਕਿਹਾ ਜਾਂਦਾ ਇਲੈਕਟਰ ਮੈਕੈਨਿਜ਼ਮ ਐਂਡ ਸਪੋਰਸ ਰਿਡਕਸ਼ਨ ਡਿਵੀਜ਼ਨ ਤੋਂ ਬਾਅਦ ਮਾਰਦੇ ਨੇ ਓਪੀਐਸ ਦੀ ਮਿਓਸਿਸ ਤੋਂ ਬਾਅਦ ਤੇ ਕਾਮਨ ਐਗਜ਼ਾਮਪਲਸ ਹੈਗੇ ਨੇ ਮੋਸਿਸ ਦੇ ਫਿਲੇਰੀਆ ਪੋਲੀਟ੍ਰਾਈਕਮ ਐਂਡ ਸਫੈਗਨਮ ਸੋ ਦਿਸ ਵਾਸ ਆਰ ਬ੍ਰਿਓਫਾਈਟਸ ਸੋ ਆਪਣੀ ਇੰਟਰੋਡਕਸ਼ਨ ਦੀ ਐਲਗੇ ਦੀ ਤੇ ਬ੍ਰਿਓਫਾਈਟਸ ਦੀ ਵੀਡੀਓ ਹੁਣ ਬਸ ਥਰਡ ਹੋ ਗਈ ਉਹਦੇ ਬਾਅਦ ਆਪਣੇ ਰਹਿ ਗਏ ਟੈਰਿਡੋਫਾਈਟਸ ਜਿਮਨੋਸਪਰਮਸ ਐਂਡ ਐਂਜੀਓਸਪਰਮਸ ਆਪਾਂ ਨੈਕਸਟ ਵੀਡੀਓਜ਼ ਦੇ ਵਿੱਚ ਕਰਾਂਗੇ। ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ। ਧੰਨਵਾਦ।